ਦੇ ਸ਼ਬਦ ਹੈਗੇ ਭੈਰਵ ਰਾਗ ਦੇ ਵਿੱਚ ਉਹੀ ਲਵਾਂਗੇ ਜੀ। ਉਹਦੀ ਅਗਲੀ ਲੜੀ ਅੰਗ 1164 1164। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਜਿਹੜਾ ਸ਼ਬਦ ਹੈਗਾ 7ਵਾਂ ਸ਼ਬਦ ਹੈ ਨਾਮਦੇਵ ਜੀ ਦਾ। ਵੈਸੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈਗੀ ਇੱਕ ਟੌਪਿਕ ਦੇ ਉੱਤੇ ਜਿਹੜਾ ਹੈਗਾ ਸ਼ਬਦ ਹੁੰਦਾ ਹੈ, ਉਹ ਪਹਿਲਾ ਹੀ ਸ਼ਬਦ ਹੈਗਾ। 6 ਸ਼ਬਦਾਂ ਦਾ ਪਹਿਲਾਂ ਆਪਾਂ ਨੇ ਇੱਕ ਜਿਹੜਾ ਹੈਗਾ ਇੱਕ ਟੌਪਿਕ ਪੂਰਾ ਕੀਤਾ ਸੀ ਨਾਮਦੇਵ ਜੀ ਦਾ। ਹੁਣ ਇਹਦੇ ਵਿੱਚ ਮਹਾਰਾਜ ਦੱਸ ਰਹੇ ਆ ਭਾਈ ਕਿ ਪਰਮਾਤਮਾ ਦੇ ਨਾਲ ਜਿਹੜੀ ਪ੍ਰੀਤ ਹੁੰਦੀ ਆ ਉਹ ਕਿਸ ਤਰ੍ਹਾਂ ਦੀ ਪ੍ਰੀਤ ਹੁੰਦੀ ਆ। ਜਿਹੜਾ ਅਭਿਆਸੀ ਜਿਹੜਾ ਹੈਗਾ ਉਹਦੀ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਕਿਉਂਕਿ ਅੱਖਰ ਜਿਹੜੇ ਹੈਗੇ ਐਗਜ਼ਾਮਪਲ ਜਿਹੜੇ ਹੈਗੇ ਦੁਨਿਆਵੀ ਲੈਣੇ ਪਊਗੇ। ਇਹ ਬ੍ਰਹਮ ਗਿਆਨ ਵਾਸਤੇ ਇਹਦੇ ਵਾਸਤੇ ਜਿਹੜੇ ਹੈਗੇ ਅੱਖਰ ਨਹੀਂ ਹੈਗੇ, ਇਹ ਅੱਖਰ ਨਹੀਂ ਬਣੇ, ਇਹਨਾਂ ਨੂੰ ਹੀ ਯੂਜ਼ ਕਰਨਾ ਪੈਂਦਾ ਹੈ। ਕਿਉਂਕਿ ਬ੍ਰਹਮ ਗਿਆਨ ਜਿਹੜਾ ਹੈਗਾ ਅੰਦਰ ਦਾ ਐਕਸਪੀਰੀਅੰਸ ਹੈਗਾ, ਸਾਰਾ ਦਾ ਸਾਰਾ ਪ੍ਰੈਕਟੀਕਲ ਹੈਗਾ। ਪੈਰੋ ਨਾਮਦੇਵ ਜੀਓ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹਨੂੰ 2 ਘਰਾਂ ਦੇ ਵਿੱਚ ਜਿਹੜਾ ਹੈਗਾ 2 ਘਰ ਮਤਲਬ ਜਿਹੜੇ ਹੈਗੇ ਇਹ ਇੱਕ ਜਗ੍ਹਾ ਵਿਸ਼ਰਾਮ ਲੈਣਾ ਪਊਗਾ ਅਤੇ ਤਾਂ ਜਿਹੜੇ ਹੈਗੇ 2 ਘਰ ਬਣ ਜਾਣਗੇ, 2 ਖਾਨੇ ਬਣ ਜਾਣਗੇ। 2 ਸ਼ਬਦਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਪਾਰਟਸ ਹੋ ਜਾਣਗੇ ਅਤੇ ਉਸ ਤਰ੍ਹਾਂ ਗਿਆਨ ਲਓ, ਫਿਰ ਉਹਨੂੰ ਇਕੱਠਾ ਕਰੋ। ਅੱਧੇ ਦਾ ਅਲੱਗ ਲਓ, ਅੱਧੇ ਦਾ ਅਲੱਗ ਲਓ, ਫਿਰ ਦੋਨਾਂ ਨੂੰ ਮਿਲਾਓ। ਪੈਰੋ ਨਾਮਦੇਵ ਜੀਓ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈਸੀ ਭੁੱਖ ਹੈ ਪ੍ਰੀਤ ਅਨਾਜ, ਜੈਸੀ ਭੁੱਖ ਹੈ ਪ੍ਰੀਤ ਅਨਾਜ। ਜਿਸ ਤਰ੍ਹਾਂ ਭੁੱਖਾ ਬੰਦਾ ਹੋਏ ਉਹਦੀ ਪ੍ਰੀਤ ਜਿਹੜੀ ਹੈਗੀ ਖਾਣੇ ਦੇ ਨਾਲ ਹੁੰਦੀ ਹੈ। ਤ੍ਰਿਖਾਵੰਤ ਜਲ ਸੇਤੀ ਕਾਜ। ਤ੍ਰਿਖਾਵੰਤ ਪਿਆਸਾ ਬੰਦਾ ਜਿਹੜਾ ਹੈਗਾ ਉਹਦਾ ਪਿਆਸ ਪਾਣੀ ਦੇ ਨਾਲ ਕੰਮ ਹੁੰਦਾ ਹੈ, ਉਹਦੀ ਪ੍ਰੀਤ ਪਾਣੀ ਦੇ ਨਾਲ ਹੁੰਦੀ ਹੈ। ਜੈਸੀ ਮੂੜ ਕੁਟੰਬ ਪਰਾਇਣ। ਜਿਸ ਤਰ੍ਹਾਂ ਕੋਈ ਜਿਹੜਾ ਹੈਗਾ ਮੂੜ ਜਿਹੜਾ ਹੈਗਾ ਮੂੜ ਬੰਦਾ ਹੁੰਦਾ ਹੈ, ਉਹ ਕਿਸੇ ਦੀ ਨਹੀਂ ਸੁਣਦਾ। ਜਿਸ ਤਰ੍ਹਾਂ ਉਹਨੂੰ ਆਪਣੇ ਕੁਟੰਬ ਦੇ ਨਾਲ ਮਤਲਬ ਹੁੰਦਾ ਹੈ, ਉਹਨੂੰ ਆਪਣੇ ਕੁਟੰਬ ਦੇ ਨਾਲ ਪਰਿਵਾਰ ਦੇ ਨਾਲ ਹੀ ਸੰਬੰਧ ਹੁੰਦਾ ਹੈ, ਪਰਿਵਾਰ ਦੇ ਨਾਲ ਹੀ ਪ੍ਰੀਤ ਹੁੰਦੀ ਆ। ਐਸੀ ਨਾਮੈ ਪ੍ਰੀਤ ਨਾਰਾਇਣ। ਨਾਮਦੇਵ ਜੀ ਕਹਿੰਦੇ ਆ ਇਸ ਤਰ੍ਹਾਂ ਦੀ ਪ੍ਰੀਤ ਜਿਹੜੀ ਹੈਗੀ ਅਭਿਆਸੀ ਦੇ ਅੰਦਰ ਉਸ ਮਾਲਕ ਪਰਮਾਤਮਾ ਦੀ ਹੁੰਦੀ ਆ। ਐਸੀ ਨਾਮੈ ਪ੍ਰੀਤ ਨਾਰਾਇਣ। ਨਾਮਦੇਵ ਜੀ ਕਹਿ ਰਹੇ ਆ ਕਿ ਆਈ ਜੀ ਪ੍ਰੀਤ ਨਾਰਾਇਣ ਦੇ ਨਾਲ ਜਿਹੜੀ ਹੈਗੀ ਭਗਤ ਦੀ ਪ੍ਰੀਤ ਐਸੀ ਹੁੰਦੀ ਹੈ ਨਾਰਾਇਣ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ। ਨਾਮੇ ਪ੍ਰੀਤ ਨਾਰਾਇਣ ਲਾਗੀ ਸਹਿਜ ਸੁਭਾਏ ਪਾਇਓ ਬੈਰਾਗੀ। ਔਰ ਇਹ ਪ੍ਰੀਤ ਕਹਿੰਦੇ ਆ ਦਿਨੋਂ ਦਿਨ ਵੱਧਦੀ ਜਾਂਦੀ ਆ। ਇਸ ਤਰ੍ਹਾਂ ਨਾਮਦੇਵ ਜੀ ਕਹਿੰਦੇ ਆ ਮੇਰੀ ਪ੍ਰੀਤ ਉਸ ਮਾਲਕ ਪਰਮਾਤਮਾ ਦੇ ਨਾਲ ਲੱਗ ਗਈ ਆ, ਨਾਰਾਇਣ ਦੇ ਨਾਲ। ਸਹਿਜ ਸੁਭਾਏ ਉਹਦਾ ਮੈਂ ਬੈਰਾਗੀ ਹੋ ਗਿਆ ਉਸ ਮਾਲਕ ਪਰਮਾਤਮਾ ਦਾ। ਮੈਂ ਸਭ ਤੋਂ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਪਿੱਛੇ ਹੋ ਗਈਆਂ ਔਰ ਉਹ ਮਾਲਕ ਪਰਮਾਤਮਾ ਦੀ ਪ੍ਰੀਤ ਸਭ ਤੋਂ ਅੱਗੇ ਹੋ ਗਈ। ਉਹ ਮਾਲਕ ਪਰਮਾਤਮਾ ਦੀ ਖਿੱਚ ਸਾਰਿਆਂ ਤੋਂ ਜ਼ਿਆਦਾ ਹੋ ਗਈ। ਰਹਾਓ ਜੈਸੀ ਪਰਪੁਰਖਾ ਰਤ ਨਾਰੀ। ਜਿਸ ਤਰ੍ਹਾਂ ਕੋਈ ਇਸਤਰੀ ਜਿਹੜੀ ਹੈਗੀ ਪਰਾਏ ਮਰਦ ਦੇ ਨਾਲ ਜਿਹੜੀ ਹੈਗੀ ਆ ਉਹਦੇ ਨਾਲ ਜਿਹੜੀ ਹੈਗੀ ਆ ਰੱਤ ਹੋ ਜਾਂਦੀ ਆ, ਉਹਦੇ ਨਾਲ ਪ੍ਰੀਤ ਪਾ ਲੈਂਦੀ ਆ। ਲੋਭੀ ਨਰ ਧਨ ਕਾ ਹਿਤਕਾਰੀ। ਜਿਸ ਤਰ੍ਹਾਂ ਕੋਈ ਲੋਭੀ ਇਨਸਾਨ ਜਿਹੜਾ ਹੁੰਦਾ ਹੈ ਉਹਨੂੰ ਪੈਸੇ ਦੇ ਨਾਲ ਧਨ ਦੇ ਨਾਲ ਹਿੱਤ ਹੋ ਜਾਂਦਾ ਹੈ, ਪਿਆਰ ਹੋ ਜਾਂਦਾ ਹੈ।
ਕਾਮੀ ਪੁਰਖ ਕਾਮਨੀ ਪਿਆਰੀ। ਜਿਸ ਤਰ੍ਹਾਂ ਕੋਈ ਕਾਮ ਵਾਸਨਾ ਦੇ ਵਿੱਚ ਅੰਨਾ ਹੋਇਆ ਇਨਸਾਨ ਜਿਹੜਾ ਹੈਗਾ ਇਸਤਰੀ ਨੂੰ ਪਿਆਰ ਕਰਦਾ ਹੈ, ਐਸੀ ਨਾਮੇ ਪ੍ਰੀਤ ਮੁਰਾਰੀ। ਇਸ ਤਰ੍ਹਾਂ ਦੀ ਕਹਿੰਦੇ ਆ ਮੇਰੇ ਅੰਦਰ ਉਸ ਮਾਲਕ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਗਈ ਹੈ। ਐਸੀ ਨਾਮੇ ਪ੍ਰੀਤ ਮੁਰਾਰੀ। ਇਸ ਤਰ੍ਹਾਂ ਦੀ ਅਭਿਆਸੀ ਦੇ ਅੰਦਰ ਉਸ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਹੋ ਜਾਂਦੀ ਹੈ। ਐਸੀ ਨਾਮ ਹੈ ਪ੍ਰੀਤ ਮੁਰਾਰੀ। ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਇਹ ਪ੍ਰੀਤ ਕਹਿੰਦੇ ਆ ਉਹ ਮਾਲਕ ਪਰਮਾਤਮਾ ਆਪ ਹੀ ਲਾਉਂਦਾ ਹੈ ਭਾਈ, ਆਪ ਹੀ ਬ੍ਰਹਮ ਗਿਆਨ ਬਖਸ਼ਦਾ ਹੈ, ਆਪ ਹੀ ਮਾਲਕ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਮਿਲਾਉਂਦਾ ਹੈ, ਬ੍ਰਹਮ ਗਿਆਨੀ ਮਿਲਾਉਂਦਾ ਹੈ, ਉਹਨਾਂ ਤੋਂ ਗਿਆਨ ਮਿਲਦਾ ਹੈ, ਮਾਲਕ ਪਰਮਾਤਮਾ ਦੇ ਬਾਰੇ ਪਤਾ ਲੱਗਦਾ ਹੈ, ਆਪਣੇ ਬਾਰੇ ਪਤਾ ਲੱਗਦਾ ਹੈ, ਮੈਂ ਕੀ ਹਾਂ, ਮੈਂ ਕਾਹਦੇ ਵਾਸਤੇ ਆਇਆ ਦੁਨੀਆ 'ਚ, ਮੈਂ ਕਦ ਤੱਕ ਰਹਿਣਾ ਦੁਨੀਆ 'ਚ, ਔਰ ਇਸ ਤੋਂ ਬਾਅਦ ਕੀ ਹੋਊਗਾ ਮੇਰਾ। ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਗੁਰੂ ਦੀ ਕਿਰਪਾ ਦੇ ਨਾਲ ਇਹ ਦੁਬਦਾ ਜਿਹੜੀ ਹੈਗੀ, ਇਹ ਆਪਾਂ ਬਾਹਰ ਜਿਹੜੇ ਆਕਾਰ ਦੇ ਵਿੱਚ ਸੰਸਾਰ ਦੇ ਵਿੱਚ ਇਹਨੂੰ ਸਮਝਦੇ ਹਾਂ ਇਹ ਕੋਈ ਵੱਖਰਾ ਹੈਗਾ ਉਸ ਮਾਲਕ ਪਰਮਾਤਮਾ ਤੋਂ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀਆਂ ਅੱਖਾਂ ਤੋਂ ਦੇਖਣ ਦੇ ਨਾਲ, ਬ੍ਰਹਮ ਗਿਆਨ ਦੇ ਦੁਆਰਾ ਪਤਾ ਲੱਗਦਾ ਹੈ ਭਾਈ ਇਹ ਸੰਸਾਰ ਜਿਹੜਾ ਹੈਗਾ ਉਸ ਕਰਤਾਰ ਦਾ ਜਿਹੜਾ ਹੈਗਾ ਇੱਕ ਚਮਤਕਾਰ ਹੈਗਾ ਭਾਈ। ਉਸ ਕਰਤਾਰ ਓਹੋ ਸੁਖਵਿੰਦਰ ਜੀ ਤੁਸੀਂ ਆਪਣਾ ਮਾਈਕ ਤਾਂ ਬੰਦ ਕਰ ਦਿਓ ਜੀ ਪਲੀਜ਼। ਕੋਈ ਹੋਰ ਜਣਾ ਬੰਦ ਕਰ ਦਿਆ ਕਰੇ ਜੀ। ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ ਜਿਹੜਾ ਹੈਗਾ ਇਹ ਦੁਬਦਾ ਜਾਂਦੀ ਹੈ ਭਾਈ। ਇਹ ਡੁਆਲਿਟੀ, ਇਹ ਜਿਹੜੀ ਮਾਇਆ, ਜਿਹਦੇ ਮਾਇਆ ਜੋ ਮਾਲਕ ਨੇ ਆਪਣੀ ਸ਼ਕਤੀ ਦੇ ਨਾਲ ਬਣਾਈ ਹੈ, ਪੰਜਾਂ ਤੱਤਾਂ ਦੀ ਰਚਨਾ ਜਿਹੜੀ ਹੈਗੀ, ਇਹਦਾ ਮੋਹ ਜਿਹੜਾ ਹੈਗਾ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ, ਤਾਂ ਜਿਹੜਾ ਹੈਗਾ ਇਹਦੀ ਖਿੱਚ ਜਾਂਦੀ ਹੈ। ਕਬੂ ਨਾ ਟੂਟਸ ਰਹਾ ਸਮਾਏ, ਨਾਮੇ ਚਿੱਤ ਲਾਇਆ ਸੱਚ ਨਾਏ। ਨਾਮਦੇਵ ਜੀ ਕਹਿੰਦੇ ਆ ਹੁਣ ਇਹ ਮੇਰੀ ਪ੍ਰੀਤ ਜਿਹੜੀ ਹੈਗੀ ਕਦੀ ਵੀ ਨਹੀਂ ਟੁੱਟਦੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਹੈਗਾ ਮੈਂ ਮਾਲਕ ਦੇ ਵਿੱਚ ਸਮਾ ਗਿਆ। ਹੁਣ ਮੇਰੀ ਸੁਰਤ ਆਤਮਾ ਦੇ ਵਿੱਚ ਟਿਕ ਗਈ ਹੈ। ਕਬੂ ਨਾ ਟੂਟਸ ਰਹਾ ਸਮਾਏ। ਔਰ ਉਹ ਮਾਲਕ ਪਰਮਾਤਮਾ ਹਰ ਜਗ੍ਹਾ ਹਰੇਕ ਦੇ ਅੰਦਰ ਨਜ਼ਰ ਆਉਂਦਾ ਹੈ। ਨਾਮੇ ਚਿੱਤ ਲਾਇਆ ਸੱਚ ਨਾਏ। ਨਾਮਦੇਵ ਜੀ ਕਹਿੰਦੇ ਆ ਮੈਂ ਜਿਹੜਾ ਹੈਗਾ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਲਗਾਇਆ ਹੈ। ਨਾਮੇ ਚਿੱਤ ਲਾਇਆ ਸੱਚ ਨਾਏ। ਜਿਹੜਾ ਸੱਚ ਹੈ, ਸੱਚ ਦੇ ਨਾਲ, ਪਰਮੇਸ਼ਰ ਦੇ ਨਾਲ, ਉਹਦੇ ਨਾਲ ਚਿੱਤ ਲਗਾ ਲਿਆ। ਉਹਦੇ ਨਾਮ ਦੇ ਦੁਆਰਾ, ਉਹਦੀ ਭਗਤੀ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ। ਜੈਸੀ ਪ੍ਰੀਤ ਬਾਰਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਜਿਸ ਤਰ੍ਹਾਂ ਬੱਚੇ ਦੀ ਔਰ ਮਾਂ ਦਾ ਤੇ ਬੱਚੇ ਦਾ ਪਿਆਰ ਹੁੰਦਾ ਆ, ਇਸ ਤਰ੍ਹਾਂ ਜਿਹੜਾ ਹੈਗਾ ਨਾਮਦੇਵ ਜੀ ਕਹਿੰਦੇ ਆ ਅਭਿਆਸੀ ਦਾ ਉਸ ਮਾਲਕ ਪਰਮਾਤਮਾ ਦੇ ਨਾਲ ਮਨ ਜਿਹੜਾ ਹੈਗਾ ਰਤਿਆ ਜਾਂਦਾ ਹੈ, ਮਨ ਬਿੰਨਿਆ ਜਾਂਦਾ ਹੈ। ਜੈਸੀ ਪ੍ਰੀਤ ਬਾਰਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਪਣਵੇ ਨਾਮਦੇਵ ਲਾਗੀ ਪ੍ਰੀਤ। ਨਾਮਦੇਵ ਜੀ ਬੇਨਤੀ ਕਰਦੇ ਆ ਕਿ ਮਾਲਕਾ ਤੇਰੀ ਮਿਹਰ ਦੇ ਨਾਲ ਜਿਹੜਾ ਹੈਗਾ ਮੇਰੀ ਵੀ ਤੇਰੇ ਨਾਲ ਪ੍ਰੀਤ ਲੱਗ ਗਈ ਆ। ਪਣਵੇ ਨਾਮਦੇਵ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰਾ ਚੀਤ। ਔਰ ਉਹ ਮਾਲਕ ਪਰਮਾਤਮਾ ਗੋਬਿੰਦ ਜਿਹੜਾ ਧਰਤੀ ਦਾ ਮਾਲਕ, ਧਰਤੀ ਨੂੰ ਪਾਲਣਹਾਰਾ, ਕਹਿੰਦੇ ਮੇਰੇ ਚਿੱਤ ਦੇ ਵਿੱਚ ਵਸਦਾ ਹੈ। ਹੁਣ ਮੇਰੇ ਚਿੱਤ ਦੇ ਵਿੱਚ ਹੋਰ ਵਿਚਾਰ ਨਹੀਂ ਹੈਗੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮੇਰੇ ਚਿੱਤ ਦੇ ਵਿੱਚ ਵਸਦਾ ਹੈ। ਹਾਂਜੀ ਗੁਰੂ ਕੀ ਸਾਹਿਬ। ਪੈਰੋ ਨਾਮਦੇਵ ਜੀਓ ਘਰ ਦੂਜਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਜੈਸੀ ਭੂਖ ਹੈ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ। ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ। ਜੇ ਜੀ ਦੇਖ ਲਓ, ਭੁੱਖੇ ਦੀ ਅਨਾਜ ਦੇ ਨਾਲ ਪ੍ਰੀਤ ਹੁੰਦੀ ਆ, ਪਿਆਸੇ ਦੀ ਜਲ ਦੇ ਨਾਲ ਹੁੰਦੀ ਆ, ਮੂੜ ਦੀ ਜਿਹੜੀ ਹੈਗੀ ਆ ਆਪਣੇ ਘਰ ਦੇ ਟੱਬਰ ਦੇ ਨਾਲ ਹੁੰਦੀ ਆ, ਕੁਟੰਬ ਦੇ ਨਾਲ ਹੁੰਦੀ ਆ,
ਐਸੀ ਨਾਮ ਹੈ ਪ੍ਰੀਤ ਨਾਰਾਇਣ। ਇਹੀ ਜੀ ਨਾਮਦੇਵ ਜੀ ਕਹਿੰਦੇ ਆ ਅਭਿਆਸੀ ਦੀ ਪ੍ਰੀਤ ਨਾਰਾਇਣ ਦੇ ਨਾਲ ਹੁੰਦੀ ਹੈ, ਮਾਲਕ ਦੇ ਨਾਲ ਹੁੰਦੀ ਹੈ। ਹਾਂਜੀ ਵੀਰ ਜੀ। ਸਹੀ ਹੈ ਜੀ। ਸਾਧ ਸੰਗਤ ਜੀ ਦੇਖੋ, ਉਹ ਸਮਝਾ ਰਹੇ ਨੇ ਸਾਨੂੰ ਸੰਸਾਰਿਕ ਚੀਜ਼ਾਂ ਦੀ ਉਦਾਹਰਨਾਂ ਦੇ ਕੇ ਵੀ ਜਿੱਦਾਂ ਕੋਈ ਵੀ ਚੀਜ਼ ਹੈ, ਹੁਣ ਆਪ ਜੀ ਨੇ ਪਹਿਲਾਂ ਵੀ ਵਿਚਾਰ ਕੀਤੀ ਹੈ, ਉਦਾਹਰਨ ਤੇ ਸੰਸਾਰ ਦੇ ਬਾਰੇ ਹੀ ਦਿੱਤੀ ਜਾ ਸਕਦੀ ਹੈ, ਕਿਉਂਕਿ ਪਰਮਾਤਮਾ ਦੇ ਬਾਰੇ ਤੇ ਕਿਸੇ ਚੀਜ਼ ਨਾਲ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਤੇ ਉਹ ਇਸ ਲਈ ਆਮ ਜਿਹੜਾ ਬੰਦਾ ਜਿਹੜੀ ਭਾਸ਼ਾ ਸਮਝਦਾ ਹੈ ਤੇ ਉਹਦੇ ਹਿਸਾਬ ਨਾਲ ਉਹਨਾਂ ਨੇ ਸਮਝਾਇਆ। ਠੀਕ ਹੈ ਜੀ, ਬਿਲਕੁਲ। ਕਹਿੰਦੇ ਜੈਸੇ ਭੁੱਖੇ ਪ੍ਰੀਤ ਅਨਾਜ, ਜਿੱਦਾਂ ਬੰਦੇ ਨੂੰ ਭੁੱਖਾ ਹੁੰਦਾ ਵਾ, ਉਹਨੂੰ ਰੋਟੀ ਦੇ ਵੇਖੋ, ਉਹਨੂੰ ਪੁੱਛੋ ਕੀ ਕੀਮਤ ਹੈ, ਉਹਨੂੰ ਪਤਾ ਹੈ ਰੋਟੀ ਦੀ ਕੀਮਤ ਕੀ ਹੈ। ਠੀਕ ਹੈ ਜੀ। ਜਿਹਦੇ ਕੋਲ ਨਹੀਂ ਹੈਗੀ ਹੈ, ਜਿਹਦੇ ਕੋਲ ਹੈਗੀ ਹੈ ਉਹਨੂੰ ਨਹੀਂ, ਜਿਹਦੇ ਕੋਲ ਨਹੀਂ ਹੈਗੀ ਉਹਨੂੰ ਪੁੱਛੋ ਉਹਦੀ ਕੀਮਤ ਕੀ ਹੈ। ਫਿਰ ਤੁਹਾਨੂੰ ਉਹ ਦੱਸੂਗਾ ਕਿ ਅਸਲ ਦੇ ਵਿੱਚ ਇਹਦੀ ਕੀਮਤ ਕੀ ਹੈ। ਤੇ ਹੁਣ ਇੱਥੇ ਕਹਿੰਦੇ ਨੇ ਪਹਿਲੀ ਲਾਈਨ ਉਹ ਬੋਲੀ ਹੈ, ਫਿਰ ਅਗਲੇ ਬੰਨੇ ਬੋਲਦੇ ਆ ਜਦੋਂ ਅਗਲੀ ਕਿਹੜੀ ਬੋਲੋ। ਤ੍ਰਿਖਾ ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ। ਪਿਆਸਾ ਬੰਦਾ ਜਿਹੜਾ, ਬਹੁਤ ਪਿਆਸ ਲੱਗੀ ਹੈ, ਕਹਿੰਦੇ ਉਹਦਾ ਤਾਂ ਫਿਰ ਪਾਣੀ ਦੇ ਨਾਲ ਹੀ ਕੰਮ ਹੈ ਨਾ ਭਾਈ, ਉਹਨੂੰ ਤਾਂ ਪਾਣੀ ਚਾਹੀਦਾ ਹੈ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਹਾਂ, ਤੇ ਜਿਹਨੂੰ ਹੁਣ ਪਾਣੀ ਦੀ ਪਿਆਸ ਹੁੰਦੀ ਆ, ਕਿਤੇ ਆਪਾਂ ਨੂੰ ਤਾਂ ਵੈਸੇ ਪਾਣੀ ਮਿਲ ਹੀ ਜਾਂਦਾ, ਕਿਤੇ ਇੰਨੀ ਪਿਆਸ ਨਹੀਂ ਲੱਗੀ, ਪਰ ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਪਾਣੀ ਦੀ ਬਹੁਤ ਕਮੀ ਹੁੰਦੀ ਆ, ਤੇ ਉੱਥੇ ਪਿਆਸ ਲੱਗ ਜੇ, ਫਿਰ ਪਾਣੀ ਨਾ ਹੋਵੇ, ਫਿਰ ਉਸ ਬੰਦੇ ਨੂੰ ਪੁੱਛੋ ਕਿ ਪਾਣੀ ਦੀ ਕੀਮਤ ਕੀ ਹੈ, ਫਿਰ ਉਸ ਟਾਈਮ ਤੁਹਾਨੂੰ ਦੱਸੂਗਾ ਕਿ ਉਹ ਪਾਣੀ ਜਿਹੜਾ ਹੈ ਉਹ ਕਿੰਨੀ ਵੈਲਿਊ ਰੱਖਦਾ ਹੈ। ਹੁਣ ਤੇ ਆਪਾਂ ਨੂੰ ਪਿਆਸ ਲੱਗੀ, ਆਪਾਂ ਘਰੋਂ ਗਲਾਸ ਕੱਢ ਕੇ ਪੀ ਲਿਆ ਜਾਂ ਬਾਜ਼ਾਰੋਂ ਮੁੱਲ ਲੈ ਲਿਆ, ਪਰ ਇੱਕ ਐਸੀ ਜਗ੍ਹਾ ਹੋਵੇ ਜਿੱਥੇ ਪਾਣੀ ਨਾ ਹੋਵੇ, ਫਿਰ ਉਸ ਪਿਆਸੇ ਬੰਦੇ ਨੂੰ ਪੁੱਛੀਏ ਕਿ ਪਾਣੀ ਦੀ ਕੀ ਕੀਮਤ ਹੈ, ਤੇ ਉਹ ਦੱਸੇਗਾ ਤੁਹਾਨੂੰ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਜੈਸੀ ਮੂੜ ਕੁਟੰਬ ਪਰਾਇਣ, ਜਿਸ ਤਰ੍ਹਾਂ ਕੋਈ ਮੂੜ ਬੰਦਾ ਹੈਗਾ ਬਈ ਨਹੀਂ, ਉਹਨੂੰ ਜਿਹੜਾ ਹੈਗਾ ਹੋਰ ਪਾਸੇ ਜਾਣਾ ਚਾਹੁੰਦਾ, ਬਿਲਕੁਲ ਜਿਹੜਾ ਹੈਗਾ ਕਹਿੰਦੇ ਕੁਟੰਬ ਪਰਾਇਣ ਹੈ, ਸਿਰਫ ਆਪਣੇ ਕੁਟੰਬ ਦੇ ਨਾਲ ਜਿਹੜਾ ਹੈਗਾ, ਆਪਣੇ ਪਰਿਵਾਰ ਦੇ ਨਾਲ ਹੀ ਉਹਨੂੰ ਮਤਲਬ ਹੈਗਾ, ਉਹ ਪਰਿਵਾਰ ਜੋਗਾ ਹੀ ਹੈਗਾ, ਪਰਿਵਾਰ ਦੇ ਨਾਲ ਹੀ ਖੁੱਬਿਆ ਰਹਿੰਦਾ ਹੈ। ਐਸੀ ਨਾਮ ਹੈ ਪ੍ਰੀਤ ਨਾਰਾਇਣ। ਇਸ ਤਰ੍ਹਾਂ ਨਾਮਦੇਵ ਜੀ ਕਹਿੰਦੇ ਆ ਮੇਰੀ ਨਾਰਾਇਣ ਦੇ ਨਾਲ ਪ੍ਰੀਤ ਹੈ। ਅਭਿਆਸੀ ਦੀ ਪ੍ਰੀਤ ਇਸ ਤਰ੍ਹਾਂ ਦੀ ਉਸ ਮਾਲਕ ਦੇ ਨਾਲ ਹੁੰਦੀ ਹੈ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਤੇ ਹੁਣ ਅਗਲੇ ਬੰਨੇ ਉਹ ਕਹਿ ਰਹੇ ਨੇ ਜੈਸੀ ਮੂੜ ਕੁਟੰਬ ਪਰਾਏ, ਜਿੱਦਾਂ ਕਹਿੰਦੇ ਕਿ ਬੰਦਾ ਜਿਹੜਾ ਇਹੋ ਨਹੀਂ ਜਿਹਾ ਸਾਹਿਬ ਹੈ ਨਾ। ਹਾਂਜੀ ਬਿਲਕੁਲ। ਆਮ ਬੰਦਾ ਜਿਹੜਾ ਹੈਗਾ ਉਹਦੀ ਕੁਟੰਬ ਦੇ ਨਾਲ, ਪਰਿਵਾਰ ਦੇ ਨਾਲ ਪ੍ਰੀਤ ਹੁੰਦੀ ਹੈ, ਉਸ ਤਰ੍ਹਾਂ ਦੀ ਪ੍ਰੀਤ ਅਭਿਆਸੀ ਦੀ ਨਾਰਾਇਣ ਦੇ ਨਾਲ ਹੁੰਦੀ। ਸਹੀ ਹੈ ਜੀ, ਸਹੀ ਹੈ ਜੀ। ਹਾਂਜੀ ਅਗਲੀ ਤੱਕ ਬੋਲੋ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਪਇਓ ਬੈਰਾਗੀ। ਕਹਿੰਦੇ ਮੇਰੀ ਪ੍ਰੀਤ ਵੀ ਨਾਰਾਇਣ ਦੇ ਨਾਲ ਲੱਗ ਗਈ ਆ ਭਾਈ, ਮਾਲਕ ਦੀ ਮਿਹਰ ਹੋ ਗਈ ਆ, ਮੈਨੂੰ ਗੁਰੂ ਮਿਲ ਗਿਆ, ਮੈਨੂੰ ਗਾਈਡ ਮਿਲ ਗਏ, ਜਿਨ੍ਹਾਂ ਨੇ ਮੈਨੂੰ ਮਾਲਕ ਦੇ ਬਾਰੇ ਦੱਸਿਆ। ਮਾਲਕ ਮੇਰੇ ਅੰਦਰ ਹੀ ਹੈਗਾ, ਔਰ ਉਹ ਜਿਹੜਾ ਹੈਗਾ ਮੇਰਾ ਜਿਹੜਾ ਹੈਗਾ ਉਸ ਮਾਲਕ ਪ੍ਰਤੀ ਜਿਹੜਾ ਹੈਗਾ ਝੁਕਾਅ ਵੱਧ ਗਿਆ, ਅਤੇ ਮੇਰੀ ਪ੍ਰੀਤ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਦੇ ਨਾਲ ਲੱਗ ਗਈ। ਔਰ ਸਹਿਜ ਸੁਭਾਏ ਜਿਹੜੀ ਆ ਦਿਨ ਪ੍ਰਤੀ ਦਿਨ ਕਹਿੰਦੇ ਆ ਮੈਂ ਉਹਦਾ ਬੈਰਾਗੀ ਹੁੰਦਾ ਚਲਾ ਗਿਆ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਪਇਓ ਬੈਰਾਗੀ ਰਹਾਓ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਇਹ ਉਦਾਹਰਨਾਂ ਦਿੱਤੀਆਂ ਨੇ, ਇਸੇ ਹੀ ਤਰ੍ਹਾਂ ਜਦੋਂ ਆਪਾਂ ਇਹ ਮਤਲਬ ਮੇਰੀ ਵੀ ਇਸੇ ਤਰ੍ਹਾਂ ਇਸ ਅਧਿਆਤਮਿਕ ਸਫ਼ਰ ਵੱਲ ਚੱਲਦੇ ਹਾਂ, ਤੇ ਇਹ ਸਾਡਾ ਜਿਹੜਾ ਪ੍ਰਮਾਤਮਾ ਦੇ ਨਾਲ ਸੰਬੰਧ ਜੁੜ ਜਾਂਦਾ ਹੈ। ਔਰ ਪ੍ਰਮਾਤਮਾ ਦੇ ਨਾਲ ਜਦੋਂ ਸੰਬੰਧ ਜੁੜ ਗਿਆ ਨਾ, ਤੇ ਫਿਰ ਜਿੰਨੇ ਵੀ ਤੁਹਾਡੇ ਦੂਜੇ ਸੰਬੰਧ ਆ ਨਾ, ਉਹ ਸਾਰੇ ਫਿੱਕੇ ਪੈ ਜਾਣੇ। ਬਿਲਕੁਲ। ਇਹ ਕਿਉਂਕਿ ਇਹ ਚੀਜ਼ ਨੂੰ ਆਪ ਸਮਝੋ, ਅਸਲ 'ਚ ਜਿਹੜੇ ਸੰਸਾਰ ਦੇ ਨਾਲ ਆਪਣੇ ਸੰਬੰਧ ਆ ਨਾ, ਉਹ ਬੜੇ ਮਤਲਬ ਨਾ ਇੱਡੇ ਵਧੀਆ ਨਹੀਂ ਹੁੰਦੇ। ਉਹਦੇ ਪਿੱਛੇ ਨਾ ਈਰਖਾ ਛੁਪੀ ਹੁੰਦੀ ਹੈ। ਤੁਹਾਡੇ ਨਾਲ ਕੋਈ ਬੰਦਾ ਪਿਆਰ ਕਰਦਾ ਹੈ ਨਾ, ਤਾਂ ਤੁਸੀਂ ਉਹਨੂੰ ਪਿਆਰ ਕਰਦੇ ਜੋ। ਥੋੜਾ ਜਿਹਾ ਉਹਨੇ ਸਟੈਪ ਬੈਕ ਕਰ ਲਿਆ ਨਾ, ਜਾਂ ਕੋਈ ਗੱਲਬਾਤ ਹੋ ਗਈ, ਕੋਈ ਤੁਹਾਡੇ ਕੋਈ ਏਦਾਂ ਦੀ ਗੱਲ ਕਹਿਤੀ ਜਿਹੜੀ ਤੁਹਾਨੂੰ ਪਸੰਦ ਨਹੀਂ ਆ, ਉਹ ਤੁਹਾਡਾ ਪਿਆਰ ਜਿਹੜਾ ਈਰਖਾ 'ਚ ਬਦਲ ਜਾਂਦਾ ਹੈ। ਅਸਲ 'ਚ ਪਿਆਰ ਨਹੀਂ ਹੈਗਾ। ਪਰ ਜਦੋਂ ਤੁਸੀਂ ਅਧਿਆਤਮਿਕ ਪ੍ਰਮਾਤਮਾ ਨਾਲ ਪਿਆਰ ਕਰਦੇ ਜੋ, ਤੇ ਫਿਰ ਤੁਹਾਡਾ ਜਿਹੜਾ ਪਿਆਰ ਆ ਬੜਾ ਉੱਚ ਕੋਟੀ ਦਾ ਪਿਆਰ ਹੋਵੇਗਾ। ਅਗਲੇ ਦੇ ਡਿਪੈਂਡ ਨਹੀਂ ਆ ਕਿ ਉਹ ਕੀ ਕਰਦਾ ਹੈ, ਪਰ ਤੁਹਾਡਾ ਪਿਆਰ ਜਿਹੜਾ ਪਵਿੱਤਰ ਹੀ ਹੋਵੇਗਾ, ਕਿਉਂਕਿ ਉਹਦੇ 'ਚ ਛਾਲ ਕਪਟ ਨਹੀਂ ਹੈਗਾ। ਇਹ ਜਿਹੜਾ ਦੁਨਿਆਵੀ
ਪਿਆਰ ਆ ਇਹ ਤੇ ਇੱਕ ਟ੍ਰੇਡ ਕਰਦੇ ਆ, ਇੱਕ ਆਪਾਂ ਕਾਰੋਬਾਰ ਕਰਦੇ ਆ। ਤੂੰ ਮੈਨੂੰ ਆਹ ਚੀਜ਼ ਦੇ ਦੇ ਤੇ ਉਹਦੇ ਬੰਦੇ ਮੈਂ ਤੈਨੂੰ ਆਹ ਚੀਜ਼ ਦੇ ਦਿੰਦਾ। ਠੀਕ ਹੈ ਨਾ ਜਲ ਸਾਹਿਬ? ਬਿਲਕੁਲ ਗੋਰਖੀ ਸਾਹਿਬ, ਦੇਖੋ ਦੁਨਿਆਵੀ ਪਿਆਰ ਜਿਹੜਾ ਹੁੰਦਾ, ਦੇਖੋ ਜਿੱਥੇ ਕਿਤੇ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਇਨਸਾਨ ਜਿਹੜਾ ਹੈਗਾ ਉਹੀ ਬੰਦਾ ਜਿਹਨੂੰ ਪਿਆਰ ਕਰਦਾ ਹੈ ਉਸੇ ਦੇ ਉੱਤੇ ਐਸਿਡ ਸੁੱਟ ਦਿੰਦਾ ਹੈ, ਉਸੇ ਨੂੰ ਮਾਰ ਦਿੰਦਾ ਹੈ, ਉਸੇ ਨੂੰ ਦੇਖ ਲਓ ਉਸੇ ਦਾ ਕਤਲ ਕਰ ਦਿੰਦਾ। ਉਹ ਹਾਂ, ਇਹ ਕਾਹਦਾ ਪਿਆਰ ਹੈ? ਵੇਖ ਲਓ ਬੰਦਾ ਏਦਾਂ ਹੀ ਕਰਦਾ। ਇਹ ਕਦਾ ਪਿਆਰ ਆ? ਤੇ ਸੋ ਇਹ ਗੱਲ ਆਪਾਂ ਇਸ ਨੂੰ ਮਨ ਦੇ ਵਿੱਚ ਰੱਖੀਏ ਕਿ ਪ੍ਰਮਾਤਮਾ ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਜਿਹੜੀ ਪਿਆਰ ਹੈ ਨਾ, ਪਿਆਰ ਇੱਕ ਪਿਓਰ, ਇੱਕ ਪਵਿੱਤਰ ਪਿਆਰ ਸਾਡੇ ਜੀਵਨ 'ਚ ਆਉਂਦਾ। ਔਰ ਉਹਦੇ ਵਿੱਚ ਕੀ ਹੋਊਗਾ ਕਿ ਸਾਡਾ ਜਿਹੜਾ ਲੋਕਾਂ ਦੇ ਨਾਲ ਰਿਸ਼ਤੇ ਨੇ ਉਹ ਸਾਰੇ ਸਾਡੇ ਨਾ, ਉਹ ਨਿੱਜਰ ਸਾਹਿਬ ਉਹਨਾਂ 'ਚ ਬੜੀ ਉਚਾਈ ਆ ਜਾਂਦੀ ਹੈ ਜਦੋਂ ਕੋਈ ਬੰਦਾ ਅਧਿਆਤਮਿਕ ਤੌਰ ਤੇ ਪਵਿੱਤਰ ਹੋ ਜਾਂਦਾ ਨਾ, ਜਿਹੜਾ ਬੰਦਾ ਸੱਚਾ ਹੋ ਜਾਂਦਾ ਹੈ ਮਨੁੱਖ, ਅਧਿਆਤਮਿਕ ਧਾਰਮਿਕ ਮਨੁੱਖ, ਉਹ ਜਿਹੜਾ ਸੱਚਾ ਹੋ ਗਿਆ, ਜਿਹੜਾ ਸੱਚ ਤੇ ਚੱਲ ਰਿਹਾ, ਸੱਚ ਹੀ ਉਹਦੇ ਜੀਵਨ 'ਚ, ਕੋਸ਼ਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਹੈ ਹੀ ਸੱਚ ਆ, ਹੋਰ ਕੋ ਹੈ ਨਹੀਂ ਹੁਣ ਦੂਜਾ ਕੁਛ। ਇਹ ਇੱਕ ਆਤਮਾ ਦੀ ਇੱਕ ਸ਼ਕਤੀ ਹੈ। ਜਦੋਂ ਤੁਸੀਂ ਆਤਮਾ ਦੇ ਕਰੀਬ ਚੱਲ ਗਏ ਨਾ ਤੇ ਚੰਗਿਆਈ ਤੁਹਾਡਾ ਸੁਭਾਅ ਬਣ ਜਾਣਾ ਹੈ। ਬਿਲਕੁਲ, ਸਾਰੇ ਰਿਸ਼ਤੇ ਪਵਿੱਤਰ ਹੋ ਜਾਣਗੇ। ਬਿਲਕੁਲ ਸਹੀ ਗੱਲ ਹੈ। ਹਾਂ, ਤੁਹਾਡੇ ਅੰਦਰ ਪਵਿੱਤਰਤਾ ਆ ਜਾਣੀ ਹੈ। ਕਿਉਂ ਆ ਜਾਣੀ ਆ? ਇਹ ਮਤਲਬ ਇਹ ਨਹੀਂ ਕਿ ਪਵਿੱਤਰਤਾ ਤੁਸੀਂ ਖੁਦ ਲਿਆਂਦੀ ਆ, ਕਿਉਂਕਿ ਤੁਹਾਡਾ ਸੰਬੰਧ ਉਹਦੇ ਨਾਲ ਜੁੜ ਗਿਆ। ਪਵਿੱਤਰ ਦੇ ਨਾਲ ਨਦੀ ਹੁੰਦਾ, ਪਾਣੀ ਗੰਦਾ। ਹਾਂ, ਪਵਿੱਤਰ ਦੇ ਨਾਲ ਸੰਬੰਧ ਜੁੜ ਗਿਆ। ਹਾਂ, ਹੋਰ ਵੇਖੋ, ਨਦੀ ਦਾ ਪਾਣੀ ਸਮੁੰਦਰ 'ਚ ਜਾਂਦਾ ਹੈ, ਨਦੀ ਦਾ ਪਾਣੀ ਗੰਦਾ ਹੁੰਦਾ ਤਾਂ ਸਮੁੰਦਰ 'ਚ ਜਾ ਕੇ ਸਾਫ਼ ਹੋ ਜਾਂਦਾ। ਉਹ ਸਮੁੰਦਰ ਦਾ ਕੰਮ ਆ ਉਹਨੂੰ ਜਿਹੜੀ ਮੈਲ ਇਹਨੂੰ ਥੱਲੇ ਵਹਾ ਦੇਣਾ ਤੇ ਪਾਣੀ ਨੂੰ ਪਿਓਰ ਕਰਕੇ ਆਪਣੇ 'ਚ ਰਲਾ ਲੈਂਦਾ। ਇਹ ਨਹੀਂ ਕਿ ਨਦੀ ਨੂੰ ਕੁਛ ਕਰਨਾ ਪਿਆ, ਨਦੀ ਤੇ ਬਸ ਇੱਕੋ ਹੀ ਕੰਮ ਕੀਤਾ, ਨਦੀ ਨੇ ਪ੍ਰਵੇਸ਼ ਕੀਤਾ। ਉਹ ਹਿਸਾਬ ਸਾਡਾ ਹੈ। ਸਮਾਧੀ ਦੇ ਰਾਹੀਂ ਆਪਾਂ ਉਹਦੇ ਅੰਦਰ ਪ੍ਰਵੇਸ਼ ਕਰਨਾ ਹੈ ਤੇ ਸਾਡੇ ਅੰਦਰ ਪਵਿੱਤਰਤਾ ਆਪਣੇ ਆਪ ਹੀ ਆ ਜਾਣੀ ਹੈ, ਸਾਨੂੰ ਕੁਛ ਕਰਨ ਦੀ ਲੋੜ ਨਹੀਂ। ਹਾਂਜੀ ਨਜਰ ਸਾਹਿਬ? ਹਾਂ, ਰਹਾਓ ਜੈਸੀ ਪਰਪੁਰਖਾ ਰਤ ਨਾਰੀ, ਜਿਸ ਤਰ੍ਹਾਂ ਕੋਈ ਨਾਰੀ ਇਸਤਰੀ ਜਿਹੜੀ ਹੈਗੀ ਪਰਾਏ ਮਰਦ ਦੇ ਨਾਲ ਜਿਹੜਾ ਹੈਗਾ, ਪਰਾਏ ਮਰਦ ਦੇ ਨਾਲ ਜਾਂ ਪਰਾਈ ਔਰਤ ਦੇ ਨਾਲ ਕੋਈ ਮਰਦ ਜਿਹੜਾ ਹੈਗਾ ਪਿਆਰ ਪਾ ਲੈਂਦਾ ਹੈ। ਲੋਭੀ ਨਰ ਧਨ ਕਾ ਹਿਤਕਾਰੀ, ਜਿਸ ਤਰ੍ਹਾਂ ਕੋਈ ਲੋਭੀ ਜਿਹੜਾ ਹੈਗਾ ਉਹ ਧਨ ਦੇ ਨਾਲ ਜਿਹੜਾ ਹੈਗਾ ਉਹਦਾ ਪਿਆਰ ਪੈਂਦਾ ਹੈ, ਹਿੱਤ ਹੁੰਦਾ ਹੈ। ਕਾਮੀ ਪੁਰਖ ਕਾਮਨੀ ਪਿਆਰੀ, ਜਿਸ ਤਰ੍ਹਾਂ ਕੋਈ ਕਾਮੀ ਵਾਸਨਾ ਦੇ ਵਸ ਜਿਹੜਾ ਹੈਗਾ, ਕਾਮ ਵਾਸਨਾ ਦੇ ਵਿੱਚ ਜਿਹੜੇ ਜਿਹਨੂੰ ਕਾਮਣੀ ਜਿਹੜੀ ਪਰਾਈ ਇਸਤਰੀ ਚੰਗੀ ਲੱਗਦੀ ਆ। ਐਸੀ ਨਾਮੇ ਪ੍ਰੀਤ ਮੁਰਾਰੀ, ਇਸ ਤਰ੍ਹਾਂ ਕਹਿੰਦੇ ਆ ਨਾਮਦੇਵ ਜੀ, ਕਹਿੰਦੇ ਆ ਮੈਨੂੰ ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਦੇ ਨਾਲ ਮੇਰਾ ਇੰਨਾ ਪਿਆਰ ਹੈਗਾ। ਹਾਂਜੀ ਵੀਰ ਜੀ? ਹਾਂਜੀ, ਠੀਕ ਹੈ ਸਾਧ ਸੰਗਤ ਜੀ। ਫੇਰ ਵੇਖੋ ਕਿੱਡੀਆਂ ਦੋ ਤਗੜੀਆਂ ਉਦਾਹਰਨਾਂ ਦਿੱਤੀਆਂ ਨੇ। ਹੁਣ ਉਹ ਕਹਿੰਦੇ ਆ ਕਿ ਜੈਸੀ ਪਰ ਪੁਰਖਾ ਰਤ ਨਾਰੀ, ਜਿੱਦਾਂ ਇੱਕ ਔਰਤ ਆ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਥਰਡ ਬੰਦੇ ਨੂੰ, ਹੋਰ ਕਿਸੇ ਬੰਦੇ ਨਾਲ ਉਹ ਸੰਬੰਧ ਬਣਾ ਲੈਂਦੀ ਆ ਔਰ ਉਹਦੇ ਵਿੱਚ ਉਹਨੂੰ ਸਮਾਜ ਦੀ ਕੋਈ ਪਰਵਾਹ ਨਹੀਂ ਹੁੰਦੀ। ਵਾਹ, ਦੇਖ ਲਓ, ਪਰਿਵਾਰ ਤਾਂ ਦੇਖੋ, ਬੱਚੇ ਵੀ ਛੱਡ ਜਾਂਦੀ ਆ, ਬੰਦਾ ਤਾਂ ਛੱਡਿਆ, ਬੱਚੇ ਵੀ ਛੱਡ ਜਾਂਦੀ ਆ। ਹਾਂ, ਛੱਡ ਜਾਂਦੀ ਆ। ਉਹ ਕਹਿੰਦਾ ਇੰਨਾ ਉਹ ਰਾਗ ਦੇ ਵਿੱਚ ਆ ਗਈ ਆ, ਉਹਨੂੰ ਕੁਛ ਨੀ ਪਤਾ ਲੱਗਦਾ। ਭੈਣ ਭਰਾ, ਮਾਂ ਬਾਪ, ਪਤੀ ਪਤਨੀ, ਬੱਚੇ ਬੁੱਚੇ ਸਭ ਸਾਈਡ ਤੇ ਹੋ ਗਈ। ਉਹ ਕਹਿੰਦੇ ਕਿ ਇਸ ਕਿਸਮ ਦਾ ਪਿਆਰ ਮੈਨੂੰ ਨਾਰਾਇਣ ਦੇ ਨਾਲ ਹੋ ਜਾਂਦਾ ਹੈ। ਮਤਲਬ ਕਿ ਉਹ ਕੰਪੇਅਰ ਕਰ ਰਹੇ ਕਿ ਇੰਨਾ ਐਕਸਟ੍ਰੀਮ ਲੈਵਲ ਦਾ ਪਿਆਰ ਆ ਮੇਰਾ ਉਹ ਪ੍ਰਮਾਤਮਾ ਦੇ ਨਾਲ। ਉਹ ਇਸ ਚੀਜ਼ ਨੂੰ ਸਮਝਾ ਰਹੇ ਨੇ। ਉਹਦੇ ਨਾਲ ਕੀ ਆ, ਉਹਦੀ ਵਰਤੋਂ ਕਰ ਰਹੇ ਉਹ ਚੀਜ਼। ਜਿਸ ਤਰ੍ਹਾਂ ਇੱਕ ਔਰਤ ਪਰਵਾਹ ਨਹੀਂ ਕਰਦੀ, ਉਸੇ ਤਰ੍ਹਾਂ ਦਾ ਪਿਆਰ ਮੇਰਾ ਹੈ ਪਰਮਾਤਮਾ ਦੇ ਨਾਲ ਹੋ ਚੁੱਕਿਆ, ਪੱਕਾ ਪਿਆਰ। ਹਾਂਜੀ ਨੇ ਜੈਸਾ? ਲੋਭੀ ਨਰ ਧਨ ਕਾ ਹਿਤਕਾਰੀ, ਲੋਭੀ ਜਿਹੜਾ ਹੈਗਾ ਨਰ, ਜਿਹਨੂੰ ਲੋਭ ਆ ਧਨ ਦੌਲਤ ਦੇ ਨਾਲ ਜਿਹੜਾ ਹੈਗਾ, ਉਹ ਕਹਿੰਦੇ ਆ ਜਿੰਨਾ ਕੁ, ਜਿਸ ਤਰ੍ਹਾਂ ਲੋਭੀ ਨੂੰ ਧਨ ਦੌਲਤ ਦੇ ਨਾਲ ਪਿਆਰ ਹੁੰਦਾ ਹੈ। ਕਾਮੀ ਪੁਰਖ ਕਾਮਨੀ ਪਿਆਰੀ, ਜਿਸ ਤਰ੍ਹਾਂ ਕਾਮੀ ਇਨਸਾਨ ਨੂੰ ਔਰਤ ਪਿਆਰੀ ਹੁੰਦੀ ਹੈ। ਤੇ ਐਸੀ ਨਾਮੇ ਪ੍ਰੀਤ ਮੁਰਾਰੀ, ਕਹਿੰਦੇ ਇਸ ਤਰ੍ਹਾਂ ਮੈਨੂੰ ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ। ਕਾਮੀ ਇਨਸਾਨ ਆ, ਉਹਨੂੰ ਜਿਹੜੀ ਹੈਗੀ ਅਲੱਗ-ਅਲੱਗ ਔਰਤਾਂ ਚਾਹੀਦੀਆਂ, ਉਹਨੂੰ ਕਾਮਣੀ ਚਾਹੀਦੀ ਹੈ। ਸੋਹਣੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਦੀ ਇੱਛਾਵਾਂ ਦੇ ਵਿੱਚ, ਉਹਦੇ ਕਾਮਨਾ ਦੇ ਵਿੱਚ ਔਰਤ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਕਹਿੰਦੇ ਆ ਮੈਨੂੰ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੇ ਨਾਲ, ਮੁਰਾਰੀ ਦੇ ਨਾਲ ਪਿਆਰ ਹੈਗਾ। ਹਾਂਜੀ ਵੀਰ? ਹਾਂਜੀ, ਠੀਕ। ਹੁਣ ਦੇਖੋ, ਪੈਸੇ ਦੀ ਗੱਲ ਕਰਦੇ ਆ ਕਿ ਇੱਕ ਬੰਦਾ ਜਿਹੜਾ
ਲੋਭੀ ਮਨੁੱਖ ਹੈ, ਲੋਭ ਦੇ ਵਿੱਚ ਆ ਜਾਂਦਾ ਹੈ। ਉਹ ਵੇਖੋ ਲੋਭੀ ਧਾਰਾ ਜਿਹੜਾ ਬੰਦਾ ਹੁੰਦਾ ਨਾ, ਉਹ ਮਨੁੱਖ ਨੂੰ ਧਨ ਦੇ ਨਾਲ ਇੰਨਾ ਪਿਆਰ ਹੁੰਦਾ ਵਾ, ਉਹ ਉਸ ਨੂੰ ਧਨ ਤੋਂ ਇਲਾਵਾ ਕੁਝ ਵੀ ਨਹੀਂ ਦਿਖਦਾ। ਬਿਲਕੁਲ। ਉਹ ਤਾਂ ਗੋਰਖੀ ਸਾਹਿਬ ਜਿਹੜਾ ਹੈਗਾ ਦਮੜੀ ਜਾਏ, ਕਹਿੰਦੇ ਚਮੜੀ ਜਾਏ ਦਮੜੀ ਨਾ ਜਾਏ, ਮਤਲਬ ਦਮੜੀ ਦੇ ਵਾਸਤੇ ਜਿਹੜਾ ਹੈਗਾ ਉਹ ਆਪਣੀ ਜਾਨ ਕੁਰਬਾਨ ਕਰ ਦਿੰਦਾ। ਹਾਂ, ਇੱਥੋਂ ਤੱਕ ਕਿ ਉਹ ਕਿਸੇ ਦੀ ਕਿਡਨੀ ਕੱਢ ਕੇ ਵੀ ਵੇਚ ਸਕਦਾ ਹੈ। ਐਸਾ ਇਨਸਾਨ ਹੈ ਨੇ ਧਰਤੀ ਤੇ। ਬਿਲਕੁਲ। ਲੋਕ ਕਿਸੇ ਦੀ ਅੱਖਾਂ ਕੱਢ ਕੇ ਵੇਚ ਸਕਦੇ ਨੇ। ਐਸੇ ਗੰਦੇ ਲੋਕ ਹੈਗੇ ਨੇ ਧਰਤੀ ਤੇ। ਆਪ ਜਸਟ ਦੇਖੋ ਕਿੰਨੇ ਖਤਰਨਾਕ ਲੋਕ ਧਰਤੀ ਤੇ ਬੈਠੇ ਨੇ। ਤਾਈਓ ਬਾਣੀ ਕਹਿੰਦੀ ਹੈ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਏ। ਉਹ ਨਹੀਂ ਪਰਵਾਹ ਕਰਦੇ। ਉਹਨਾਂ ਦੇ ਅੰਦਰ ਜ਼ਮੀਰ ਮਰ ਚੁੱਕਿਆ। ਕੋਈ ਆਤਮਾ ਨੂੰ ਮਾਰ ਦਿੱਤਾ ਉਹਨਾਂ ਲੋਕਾਂ ਨੇ। ਉਹ ਕਹਿੰਦਾ ਜਿੱਦਾਂ ਉਹ ਇੱਕ ਪੈਸੇ ਨੂੰ ਪ੍ਰਾਪਤ ਕਰਨ ਵਾਲਾ ਬੰਦਾ, ਜਿਹੜਾ ਲੋਭੀ ਬੰਦਾ ਹੈ, ਉਸੇ ਹੀ ਤਰ੍ਹਾਂ ਐਸੀ ਨਾਮੇ ਪ੍ਰੀਤਮ ਆਈ। ਤੇ ਮੇਰੀ ਜਿਹੜੀ ਹੁਣ ਕਾਮਨੀ ਬੰਦੇ ਦੀ ਗੱਲ ਕੀਤੀ ਆ, ਕਾਮਨੀ ਬੰਦਾ ਹੁੰਦਾ, ਉਹਨੂੰ ਉਸ ਚੀਜ਼ ਤੋਂ ਇਲਾਵਾ ਹੋਰ ਕੋਈ ਦਿਖਦਾ ਹੀ ਨਹੀਂ। ਉਹਦੀ ਬਿਰਤੀ ਜਿਹੜੀ ਹੁੰਦੀ ਮੱਛੀਆਂ ਦੇ ਵਿੱਚ। ਉਹ ਜਿੱਥੇ ਵੀ ਜਾਊਗਾ ਉਹਨੇ ਭੋਗ ਵਿਲਾਸ ਹੀ ਲੱਭਣਾ, ਉਹ ਚਾਹੇ ਔਰਤ ਹੈ ਚਾਹੇ ਮਰਦ ਹੈ। ਇਹ ਸੱਚ ਹੈਗਾ, ਇਹ ਬਿਲਕੁਲ ਸੱਚ ਹੈਗਾ। ਠੀਕ ਹੈ। ਇਹ ਸੰਤ ਜਿਹੜੇ ਹੁੰਦੇ ਨੇ ਇਹ ਬੜੇ ਸਮਦ੍ਰਿਸ਼ਟੀ ਰੱਖਦੇ ਨੇ। ਇਹ ਗੱਲ ਨੂੰ ਕਹਿਣ ਲੱਗਿਆ ਕੋਈ ਹੈਜੀਟੇਸ਼ਨ ਨਹੀਂ ਹੈ। ਆਮ ਤੁਸੀਂ ਮਾੜੀ ਜੀ ਗੱਲ ਸਟੇਜ ਤੇ ਕਰ ਦੋ, ਲੋਕੀ ਕਹੀ ਜਾਣਗੇ ਗੰਦੀ ਗੱਲ ਆ। ਉਹ ਦੇਖੋ ਬ੍ਰਹਮ ਗਿਆਨੀ ਆ, ਉਹਨਾਂ ਨੇ ਉਹਨਾਂ ਚੀਜ਼ਾਂ ਦੀ ਉਦਾਹਰਨਾਂ ਵੀ ਦਿੱਤੀ ਆ ਜੋ ਹਰ ਇੱਕ ਇਨਸਾਨ ਨੂੰ ਪਤਾ। ਪਰ ਉਹਨਾਂ ਨੇ ਦਿੱਤੀ ਇਸ ਕਰਕੇ ਆ ਕਿਉਂਕਿ ਸਾਨੂੰ ਗਿਆਨ ਹੋ ਸਕੇ ਸਮਝਾਉਣ ਦੇ ਲਈ ਕਿ ਇਹ ਜੇਕਰ ਇੰਨਾ ਆਹ ਚੀਜ਼ਾਂ ਲਈ ਬੰਦਾ ਭਟਕ ਸਕਦਾ ਹੈ, ਓਨੀ ਹੀ ਤੀਬਰ ਪਿਆਸ ਮੇਰੇ ਅੰਦਰ ਹੈ ਪ੍ਰਮਾਤਮਾ ਦੇ ਲਈ। ਕਿਉਂ ਮੈਂ ਉਸ ਆਤਮਾ ਦੇ ਲਈ ਮੈਂ ਇੰਨੀ ਜ਼ਿਆਦਾ ਮਤਲਬ ਮੇਰੇ ਅੰਦਰ ਇੱਛਾ ਸ਼ਕਤੀ ਆ, ਇੰਨਾ ਪਿਆਰ ਆ। ਜਿੱਦਾਂ ਇਹ ਲੋਕ ਪਰਵਾਹ ਨਹੀਂ ਕਰਦੇ, ਉਸੇ ਤਰ੍ਹਾਂ ਹੀ ਮੇਰੇ ਅੰਦਰ ਇੰਨਾ ਜਨੂਨ ਹੈ ਪ੍ਰਮਾਤਮਾ ਦੇ। ਜੀਵਨ 'ਚ ਇਸ ਜਨੂਨ ਨੂੰ ਪੈਦਾ ਕਰਨਾ ਆਸਾਨ ਕੰਮ ਨਹੀਂ ਹੈ। ਇਹਦੇ ਲਈ ਭਗਤੀ ਲੱਗਦੀ ਹੈ। ਕਿਉਂਕਿ ਜਿੰਨਾ ਚਿਰ ਤੁਸੀਂ ਦੇਖੋ ਹੁਣ ਬਦਾਮ ਆ, ਬਦਾਮ ਦਾ ਛਿਲਕਾ ਕਿੰਨਾ ਸਖਤ ਹੁੰਦਾ, ਪਰ ਉਹਦੇ ਅੰਦਰ ਜਿਹੜੀ ਆ ਉਹ ਗਿਰੀ ਕਿੰਨੀ ਜ਼ਬਰਦਸਤ ਸ਼ਕਤੀ ਉਹਦੇ ਅੰਦਰ ਕਿੰਨੀ ਪਾਵਰ ਆ। ਉਹ ਬੰਦਾ ਖਾਵੇ ਤੇ ਬੰਦਾ ਚੰਗਾ ਭਲਾ ਬੰਦਾ ਭਲਵਾਨ ਬਣ ਜਾਂਦਾ। ਬਦਾਮ ਦੀਆਂ ਗਿਰੀਆਂ ਹਨਾ। ਬਿਲਕੁਲ। ਪਰ ਉਹ ਛਿਲਕੇ ਨੂੰ ਤੋੜਨ ਦੇ ਲਈ ਜ਼ੋਰ ਲੱਗਦਾ। ਠੀਕ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਹ ਜਿਹੜੀ ਬਦਾਮ ਦੀ ਗਿਰੀ ਆਤਮਾ ਹੈ, ਉਹਦੇ ਉੱਤੇ 5 ਕਿਸਮ ਦੇ ਛਿਲਕੇ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਹਨਾ। ਜਦੋਂ ਤੁਸੀਂ ਭਗਤੀ ਨਾਲ ਤੋੜਦੇ ਜਾਂਦੇ ਤਾਂ ਇੱਕ ਦਿਨ ਤੁਸੀਂ ਉਸ ਗਿਰੀ ਕੋਲ ਪਹੁੰਚ ਜਾਂਦੇ। ਉਸ ਗਿਰੀ ਨੂੰ ਖਾਣ ਦੇ ਨਾਲ ਹੀ ਜੀਵਨ ਦੇ ਵਿੱਚ ਇਨਕਲਾਬ ਹੋ ਜਾਂਦਾ ਹੈ। ਜਿੱਦਾਂ ਬਦਾਮ ਦੀ ਗਿਰੀ ਹੈ, ਬਿਨਾਂ ਮਿਹਨਤ ਦੇ ਤੁਸੀਂ ਬਦਾਮ ਦੀ ਗਿਰੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬੇਸ਼ੱਕ ਤੁਹਾਡੇ ਕੋਲ ਬਦਾਮ ਹੈਗਾ ਨਿੱਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਉੱਥੇ ਘਾਲਣੀ ਪੈਂਦੀ ਆ। ਇਸ ਕਰ 5-6 ਮਿੰਟ ਲਾਓਗੇ, ਉਹਨੂੰ ਤੋੜੋਗੇ, ਫੇਰ ਹੀ ਤੇ ਖਾਓਗੇ 4-5 ਗਿਰੀਆਂ ਕੱਢ ਕੇ। ਪਹਿਲਾਂ ਜੇ ਮੇਰੇ ਵਰਗਾ ਉੱਥੇ ਬੈਠਾ ਰਹੇ ਬਦਾਮ ਵਿੱਚ ਪਾਏ ਹੋਣ ਤੇ ਗੱਲ ਥੋੜੀ ਬਣਨੀ ਹੈ। ਪਹਿਲਾਂ ਤਾਂ ਬੱਟਾ ਚਾਹੀਦਾ, ਹਥੌੜੀ ਚਾਹੀਦੀ ਆ ਤੋੜਨ ਵਾਸਤੇ। ਗਿਰੀ ਥੋੜੀ ਉਹ ਟੁੱਟਦਾ, ਛਿਲਕਾ ਥੋੜ੍ਹਾ ਟੁੱਟਦਾ ਐਵੇਂ ਹੀ। ਹਾਂ, ਇਸੇ ਵੀ ਇਹ ਛਿਲਕੇ ਤੋੜਨੇ ਆ, ਕਾਮ, ਕ੍ਰੋਧ, ਲੋਭ, ਇਹਦੇ ਲਈ ਵੀ ਗਿਆਨ ਰੂਪੀ ਥੋੜਾ ਚਾਹੀਦਾ, ਸੰਗਤ ਚਾਹੀਦੀ ਆ। ਸੰਗਤ ਵੀ ਉਹ ਚਾਹੀਦੀ ਆ ਕਿ ਜਿਹੜੇ ਤੁਹਾਡੇ ਮਨ ਨੂੰ ਸਮਝਾ ਦੇ, ਤੁਹਾਡੇ ਦਿਮਾਗ 'ਚ ਗੱਲ ਪੈ ਜੇ ਔਰ ਤੁਸੀਂ ਐਗਰੀ ਹੋ ਜਾਓ। ਵੈਸੇ ਲੋਕ ਐਗਰੀ ਨਹੀਂ ਹੁੰਦੇ। ਸੰਗਤ ਵੀ ਏਦਾਂ ਦੀ ਚਾਹੀਦੀ ਆ ਜਿੱਥੇ ਬਹਿਣ ਦੇ ਨਾਲ ਤੁਹਾਡਾ ਮਨ ਜਿਹੜਾ ਗੱਲ ਨੂੰ ਸਹਿਮਤ ਹੋਵੇ, ਰਜਾਮੰਦ ਹੋ ਜੇ। ਹਾਂ ਵੀ ਆਹ ਗੱਲ 'ਚ ਪੁਆਇੰਟ ਹੈਗਾ। ਉਹ ਗੱਲ ਤੁਹਾਡੇ ਅੰਦਰ ਵੇਖੋ, ਤੁਹਾਡੇ ਅੰਦਰ ਇੱਕ ਕੈਲਕੂਲੇਸ਼ਨ ਚੱਲਣ ਦੀ ਹੈ। ਤੁਸੀਂ ਕਈ ਗੱਲਾਂ ਨੂੰ ਮੰਨਦੇ ਜੋ, ਕਈ ਗੱਲਾਂ ਨੂੰ ਤੁਸੀਂ ਰਿਜੈਕਟ ਕਰਦੇ ਜੋ। ਔਰ ਜਿੰਨਾ ਚਿਰ ਤੱਕ ਜਿਹੜਾ ਮਨ ਤੁਹਾਡਾ ਗ੍ਰੀਨ ਸਹੀ ਨਹੀਂ ਨਾ ਮਾਰਦਾ, ਰਾਈਟ, ਉਹਨਾਂ ਚਿਰ ਤੱਕ ਤਰੱਕੀ ਨਹੀਂ ਹੋਣੀ। ਇਸ ਕਰਕੇ ਸੰਗਤ ਦੇ ਵਿੱਚ ਜਿਹੜਾ ਗਿਆਨ ਚੱਲਦਾ ਹੈ, ਉਹਨੂੰ ਐਗਰੀ ਕਰਨਾ ਇੱਕ ਮਜਬੂਰੀ ਨਹੀਂ ਹੁੰਦੀ, ਉਹ ਤੁਹਾਡਾ ਆਪਣਾ ਵਜੂਦ ਹੈ। ਹੁਣ ਆਪਾਂ 89 ਬੰਦੇ ਆ, ਕੁਝ ਬੰਦੇ ਆ, ਕੁਝ ਬੁੱਢੀਆਂ, ਚਲੋ ਆਪਾਂ ਸਾਰੇ ਨਾਰੀ ਆ ਜਾਂ ਨਾਰੀ ਆ, ਕੁਛ ਵੀ ਕਹਿ ਲਓ, ਆਪਾਂ ਜੀਵ ਆ। ਹੁਣ ਇੰਨੀ ਜਿੰਨੀ ਵੀ ਆਪਣੀ ਕਥਾ ਚੱਲਦੀ ਆ, ਬਾਣੀ ਆਪਾਂ ਖੋਲਦੇ ਆ, ਬਾਣੀ 'ਚ ਵਿਚਾਰ ਕਰਦੇ ਆ। ਕੁਛ ਗੱਲਾਂ ਜਿਹੜੀਆਂ ਤੁਸੀਂ ਐਗਰੀ ਕਰਨੀਆਂ ਨੇ, ਕੁਛ ਗੱਲਾਂ ਤੁਸੀਂ ਡਿਸਐਗਰੀ ਕਰਨੀਆਂ ਨੇ। ਕਿਉਂਕਿ ਤੁਸੀਂ ਹਰ ਇੱਕ ਚੀਜ਼ ਨੂੰ ਆਪਣੇ ਜਿਹੜਾ ਤੁਹਾਡਾ ਚਿੱਤ ਆ, ਤੁਸੀਂ ਉਹ 'ਚ ਉਹਨੂੰ ਪ੍ਰੋਸੈਸ ਕਰਦੇ ਜੋ। ਉਹ ਫਿਲਟਰ ਦੇ ਵਿੱਚ ਫਿਲਟਰ ਲੱਗਿਆ ਹੋਇਆ ਨਾ। ਫਿਲਟਰ ਜਿਹੇ ਜਿਹਾ ਫਿਲਟਰ ਆਪਣੇ ਹਰੇਕ ਦਾ ਇੰਡੀਵਿਜੂਅਲ ਫਿਲਟਰ ਹੈ, ਉਹਦੇ ਵਿੱਚੋਂ ਦੀ ਲੰਘਾਉਣੀਆਂ। ਕੁਛ ਗੱਲਾਂ ਪਾਸ ਹੋ ਜਾਣੀਆਂ, ਕੁਛ ਨਹੀਂ ਪਾਸ ਹੋਣੀਆਂ ਉਹਦੇ ਵਿੱਚੋਂ ਦੀ। ਉਹਨੇ ਨਹੀਂ ਜਾਣਾ ਅੰਦਰ। ਹਾਂ, ਉਹ ਕੁਛ ਤੁਸੀਂ ਗੱਲਾਂ ਉਹ ਬਾਹਰ ਹੀ ਰੋਕ ਲੈਣੀਆਂ। ਕਿਉਂ ਰੋਕ ਲੈਣੀਆਂ? ਕਿਉਂਕਿ ਤੁਹਾਡੇ ਦਰਪਣ ਨੇ। ਤੁਸੀਂ ਵੇਖੋ
ਜਿਹੜੀ ਸੂਰਜ ਤੋਂ ਕਿਰਨ ਆਉਂਦੀ ਇੱਕਦਮ ਚਿੱਟੀ ਕਿਰਨ ਆਉਂਦੀ ਆ, ਉਹਨੇ ਉਹਦਾ ਪ੍ਰਿਜ਼ਮ ਹੁੰਦਾ ਉਹ ਨੇਜਾ ਸਾਹਿਬ, ਜਦੋਂ ਉਹਦੇ ਚ ਵੱਜਦੀ ਆ ਤੇ ਵੇਖੋ ਕਿੱਦਾਂ ਰੰਗ ਬਦਲ ਦਿੰਦੀ ਹੈ। ਇਸੇ ਤਰ੍ਹਾਂ ਸਾਡਾ ਚਿੱਤ ਆ, ਚਿੱਤ ਚ ਜਦੋਂ ਗਿਆਨ ਜਾਂਦਾ ਹੈ, ਚਿੱਤ ਦੇ ਅੰਦਰ ਜੋ ਸਾਡਾ ਸਰੀਰ ਹੈਗਾ ਉਹ ਹਿਸਾਬ ਨਾਲ ਉਹਨੂੰ ਪ੍ਰੋਸੈਸ ਕਰਦਾ। ਇਸ ਕਰਕੇ ਬਾਣੀ ਫੇਰ ਸਾਨੂੰ ਸਮਝਾਉਂਦੀ ਆ ਕਿ ਤੂੰ ਉਸੇ ਨਾਲ ਪ੍ਰੋਸੈਸ ਨਾ ਕਰੀ, ਤੂੰ ਵਿਵੇਕ ਬੁੱਧੀ ਦੇ ਆਧਾਰ ਤੇ ਪ੍ਰੋਸੈਸ ਕਰੀ। ਕਹਿਣ ਤੋਂ ਭਾਵ ਕਿ ਗ੍ਰੰਥਾਂ ਨੂੰ ਪੜ੍ਹ ਲਈ, ਜੇ ਗ੍ਰੰਥਾਂ ਦੇ ਅਨੁਸਾਰ ਉਹ ਗੱਲ ਚੱਲਦੀ ਆ, ਉਹ ਗੱਲ ਬਿਲਕੁਲ ਭਾਵੇਂ ਤੈਨੂੰ ਨਹੀਂ ਪਤਾ, ਤੈਨੂੰ ਨਹੀਂ ਪਸੰਦ, ਪਰ ਤੂੰ ਉਹਨੂੰ ਅਸੈਪਟ ਕਰ ਲਈ, ਕਿਉਂਕਿ ਬਾਣੀ ਨੇ ਸਟੈਂਪ ਮਾਰਤੀ ਉਹਦੇ ਤੇ। ਇਸ ਕਰਕੇ ਉਹ ਆਪਾਂ ਨੂੰ ਇਹ ਹੈਲਪ ਕਰ ਦਿੰਦੇ ਆ ਕਿ ਇਹ ਜੇ ਗੱਲ ਹੈਗੀ ਆ ਤੇਰੀ ਸਮਝ 'ਚ ਨਹੀਂ ਪੈਣ ਦੀ, ਪਰ ਜੇ ਬਾਣੀ ਮੋਹਰ ਲਾਉਂਦੀ ਆ ਤੇ ਉਹਨੂੰ ਸਵੀਕਾਰ ਕਰ। ਠੀਕ ਹੈ ਨੇਜਾ ਸਾਹਿਬ, ਅੱਗੇ ਚਲੀ। ਅੱਗੇ ਮਹਾਰਾਜ ਕਹਿੰਦੇ ਆ ਇਹ ਪ੍ਰੀਤ ਜਿਹੜੀ ਹੈਗੀ ਹੈ ਨਾ, ਇਹ ਪ੍ਰੀਤ ਐਵੇਂ ਨਹੀਂ ਲੱਗ ਜਾਂਦੀ। ਇਸ ਪ੍ਰੀਤ ਦੇ ਵਾਸਤੇ ਆਮ ਇਨਸਾਨ ਜਿਹੜਾ ਹੈਗਾ, ਕਹਿੰਦੇ ਉਹਨੂੰ ਜਿਹੜਾ ਹੈਗਾ ਠੋਕਰਾਂ ਵੱਜਦੀਆਂ ਤੇ ਉਹਨੂੰ ਥੋੜ੍ਹਾ ਜਿਹਾ ਪਰਮਾਤਮਾ ਦੇ ਬਾਰੇ ਸੋਝੀ ਹੁੰਦੀ ਹੈ, ਮਾੜਾ ਜਿਹਾ ਪਤਾ ਲੱਗਦਾ ਵੀ ਇਹ ਤਾਂ ਜਿਹੜਾ ਹੈਗਾ ਇਹ ਮੈਨੂੰ ਕੁਛ ਨਾ ਕੁਛ ਮੈਂ ਤਾਂ ਕੁਛ ਮਿਲ ਹੀ ਨਹੀਂ ਰਿਹਾ, ਮੇਰਾ ਤਾਂ ਸਮਾਂ ਐਵੇਂ ਹੀ ਜਾ ਰਿਹਾ, ਇਹ ਦੁੱਖ ਸੁੱਖ ਜਿਹੜੇ ਹੈ ਕਰਕੇ ਜਿਹੜਾ ਹੈਗਾ ਮੇਰਾ ਸਮਾਂ ਗੁਜ਼ਰੀ ਜਾ ਰਿਹਾ, ਕੋਈ ਚੀਜ਼ ਮੈਨੂੰ ਪ੍ਰਾਪਤ ਨਹੀਂ ਹੁੰਦੀ। ਉਹ ਟਣਕਦਾ ਹੈ ਥੋੜ੍ਹਾ ਜਿਹਾ, ਔਰ ਕੁਛ ਜਿਹੜਾ ਹੈਗਾ ਉਹਨੂੰ ਕਿਤੇ ਜਿਹੜਾ ਹੈਗਾ ਕੋਈ ਰੱਬ ਦੀ ਗੱਲ ਜਿਹੜੀ ਹੈਗੀ ਉਹਦੇ ਕੰਨਾਂ 'ਚ ਪੈਂਦੀ ਹੈ, ਰੱਬ ਦੀ ਗੱਲ, ਔਰ ਦੇਖਦਾ ਹੈ ਇੱਧਰ ਉੱਧਰ ਬਈ ਆਹ ਬੰਦੇ ਜਿਹੜੇ ਆ ਇਹ ਤਾਂ ਭਗਤੀ ਕਰਦੇ ਆ। ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਦੇ ਅੰਦਰ ਡਿਮਾਂਡ ਹੁੰਦੀ ਹੈ, ਉਹਦੇ ਅੰਦਰ ਵੀ ਪੁਕਾਰ ਉੱਠਦੀ ਹੈ ਵੀ ਮੈਂ ਵੀ ਕਿਤੇ ਮਾਲਕ ਪਰਮਾਤਮਾ ਦੇ ਵੱਲ ਨੂੰ ਜਿਹੜਾ ਹੈਗਾ, ਮਾਲਕ ਪਰਮਾਤਮਾ ਵੱਲ ਦੇ ਨਾਲ ਮੈਂ ਵੀ ਜਿਹੜਾ ਹੈਗਾ ਇਸ ਪਾਸੇ ਨੂੰ ਤੁਰ ਕੇ ਦੇਖਾਂ। ਅਤੇ ਉਹਦੇ ਅੰਦਰ ਜਦ ਚੁਆਇਸ ਹੁੰਦੀ ਆ ਅਤੇ ਉਹ ਮਾਲਕ ਪਰਮਾਤਮਾ ਫਿਰ ਉਹਨੂੰ ਜਿਹੜਾ ਹੈਗਾ ਉਹੀ ਜਿਹੀ ਸੰਗਤ ਮਿਲਾ ਦਿੰਦਾ ਹੈ। ਸਾਈ ਪ੍ਰੀਤ ਜੇ ਆਪੇ ਲਾਏ, ਆਪੇ ਮਾਲਕ ਪਰਮਾਤਮਾ ਨੇ ਲਾਉਣੀ ਆ ਪ੍ਰੀਤ, ਆਪਾਂ ਨੇ ਸਿਰਫ ਚੁਆਇਸ ਕਰਨੀ ਹੈ, ਡਿਮਾਂਡ ਕਰਨੀ ਹੈ, ਆਪਾਂ ਨੇ ਆਪਣੇ ਅੰਦਰ ਪੁਕਾਰ ਉੱਠਣੀ ਚਾਹੀਦੀ ਆ ਬਈ ਬਾਪੂ ਜਾਂ ਮਾਂ ਮੈਨੂੰ ਤੂੰ ਚਾਹੀਦਾ ਹੈ, ਮੈਨੂੰ ਇਹ ਖਿਡੌਣੇ ਨਹੀਂ ਚਾਹੀਦੇ, ਮੈਨੂੰ ਤੂੰ ਚਾਹੀਦਾ ਹੈ। ਸਾਈ ਪ੍ਰੀਤ ਜੇ ਆਪੇ ਲਾਏ। ਸਾਰੇ ਬੱਚੇ ਥੋੜ੍ਹੀ ਨਾ ਜਿਹੜੇ ਹੈਗੇ ਉਹ ਜਿਹੜੇ ਹੈਗੇ ਦੇਖ ਲਓ ਮੇਲੇ ਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਪਹਿਲਾਂ ਮੇਲੇ ਲੱਗਦੇ ਹੁੰਦੇ ਸੀਗੇ, ਉਹ ਬੱਚੇ ਬੁੱਚੇ ਗੁਆਚ ਜਾਂਦੇ ਸੀਗੇ, ਇੰਨੇ ਮਾਂ ਪਿਓ ਦੇ ਕਿੰਨੇ 2-3 ਬੱਚੇ ਕੋਈ ਨਾ ਕੋਈ ਇੱਕ ਅੱਧਾ ਗੁਆਚ ਗਿਆ, ਅਤੇ ਉਹਨਾਂ ਦਾ ਜਿਹੜਾ ਉੱਥੇ ਜਿਹੜਾ ਸੈਂਟਰ ਹੁੰਦਾ ਸੀਗਾ, ਉੱਥੇ ਸੈਂਟਰ ਦੇ ਵਿੱਚ ਖਿਡੌਣੇ ਖਾਣ ਪੀਣ ਦੇ ਸਮਾਨ ਸਾਰੇ ਰੱਖੇ, ਕਈ ਬੱਚੇ ਖੇਡ ਰਹੇ ਆ, ਕਈ ਬੱਚੇ ਖਾ ਰਹੇ, ਕਈ ਬੱਚੇ ਪੀ ਰਹੇ, ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ। ਔਰ ਕੋਈ ਜਿਹੜਾ ਰੋਈ ਜਾ ਰਿਹਾ ਹੈ ਜ਼ੋਰ ਜ਼ੋਰ ਦੀ ਉੱਚੀ ਬਾਪੂ ਬਾਪੂ ਮਾਂ, ਉਹ ਸਪੀਕਰ ਦੇ ਅੱਗੇ ਕਰ ਦਿੰਦੇ ਆ, ਭਾਈ ਕਿਹਦਾ ਪ੍ਰੋਡਕਟ ਹੈਗਾ, ਆ ਕੇ ਲੈ ਜੇ ਭਾਈ, ਪਛਾਣ ਲਓ ਆਪਣੇ ਬੱਚੇ ਦੀ ਆਵਾਜ਼। ਅਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਉਹ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਪਰਮਾਤਮਾ ਨੂੰ ਚਾਹੁੰਦੇ ਆ, ਅਤੇ ਮਾਲਕ ਫਿਰ ਉਹ ਜਿਹਾ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹਾ ਜਿਹੜੀ ਆ ਉਹੀ ਜਿਹੀ ਸੰਗਤ ਬਖਸ਼ ਦਿੰਦਾ, ਉਹ ਜਿਹਾ ਗਿਆਨ ਦੇ ਦਿੰਦਾ। ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਆਹ ਦੇਖੋ ਉਹਨਾਂ ਨੂੰ ਗੁਰੂ ਮਿਲਾ ਦਿੰਦਾ ਹੈ, ਬ੍ਰਹਮ ਗਿਆਨੀ ਮਿਲਾ ਦਿੰਦਾ ਹੈ, ਉਹਨਾਂ ਦਾ ਪ੍ਰਸਾਦ ਮਿਲ ਜਾਂਦਾ। ਹੁਣ ਪ੍ਰਸਾਦ ਕੀ ਹੈ? ਉਹਨਾਂ ਦਾ ਗਿਆਨ। ਉਹਦੇ ਨਾਲ ਫਿਰ ਦੁਬਦਾ ਜਾਂਦੀ ਹੈ, ਉਹਦੇ ਨਾਲ ਫਿਰ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ, ਔਰ ਹਰ ਜਗ੍ਹਾ ਮਾਲਕ ਪਰਮਾਤਮਾ ਹੀ ਸਾਰਿਆਂ ਦੇ ਵਿੱਚ, ਗੇਮ ਦੇ ਵਿੱਚ ਮਾਲਕ ਪਰਮਾਤਮਾ ਆ ਜਾਂਦਾ ਹੈ। ਕਬੂ ਨਾ ਟੂਟਸ ਰਿਹਾ ਸਮਾਏ, ਔਰ ਉਹ ਪਿਆਰ ਪੈ ਗਿਆ ਅਤੇ ਕਦੀ ਟੁੱਟਦਾ ਹੀ ਨਹੀਂ ਹੈ। ਉਹ ਮਾਲਕ ਤਾਂ ਹਰ ਜਗ੍ਹਾ ਸਮਾਇਆ ਹੋਇਆ ਹੈ, ਉਹਨਾਂ ਦੇ ਅੰਦਰ ਵੀ ਜਿਹੜਾ ਹੈਗਾ ਹਿਰਦੇ ਦੇ ਵਿੱਚ। ਨਾਮੇ ਚਿੱਤ ਲਾਇਆ ਸੱਚ ਨਾਏ, ਇਸ ਤਰ੍ਹਾਂ ਕਹਿੰਦੇ ਆ ਮੈਂ ਤਾਂ ਉਸ ਪਰਮੇਸ਼ਰ ਦੇ ਨਾਮ ਦੇ ਦੁਆਰਾ ਜਿਹੜਾ ਹੈਗਾ ਸੱਚ ਦੇ ਨਾਲ ਚਿੱਤ ਲਗਾ ਲਿਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਸਾਈ ਪ੍ਰੀਤ ਜੇ ਆਪੇ ਲਾਏ, ਗੁੜ ਪ੍ਰਸਾਦੀ ਦੁਬਦਾ ਜਾਏ। ਹੁਣ ਦੇਖੋ ਦੁਬਦਾ ਜਿਹੜੀ ਆ, ਦੁਬਦਾ ਦਾ ਮਤਲਬ ਕੀ ਆ? ਸੱਚ ਨੂੰ ਸਮਝਣਾ ਝੂਠ ਤੇ ਝੂਠ ਨੂੰ ਸਮਝਣਾ ਸੱਚ, ਇਹ ਦੁਬਦਾ ਹੈ। ਇਨਸਾਨ ਸੋਚਦਾ ਤੇ ਹੈ ਮੈਨੂੰ ਬਹੁਤ, ਪਰ ਇਨਸਾਨ ਨੂੰ ਜ਼ਿਆਦਾ ਪਤਾ ਨਹੀਂ ਹੈਗਾ। ਕਿਉਂਕਿ ਨਹੀਂ ਪਤਾ, ਕਿਉਂਕਿ ਇਨਸਾਨ ਆਪਣੀ ਜਿਹੜੀ ਪਰਵਰਿਸ਼ ਹੈ ਨਾ ਏਡੀ ਵਧੀਆ ਨਹੀਂ ਹੋਈ। ਸਾਡੀ ਪਰਵਰਿਸ਼ ਕਿਹਦੇ ਆਧਾਰ ਤੇ ਹੋਈ ਆ? ਸਾਨੂੰ ਸਕੂਲ, ਕਾਲਜ, ਯੂਨੀਵਰਸਿਟੀਆਂ ਔਰ ਖਾਸ ਕਰਕੇ ਸਾਡੇ ਮਾਪੇ ਉਹ ਚਾਹੁੰਦੇ ਆ ਕਿ ਤੂੰ ਵੱਧ ਤੋਂ ਵੱਧ ਪੈਸਾ ਕਮਾ, ਤੇਰੀ ਜ਼ਮੀਨ ਵਧੀਆ ਹੋਣੀ ਚਾਹੀਦੀ ਹੈ, ਤੇਰੇ ਕੋਲ ਨੌਕਰੀ ਵਧੀਆ ਹੋਣੀ ਚਾਹੀਦੀ, ਤੇਰਾ ਘਰ ਪਰਿਵਾਰ, ਤੇਰੇ ਕੋਲ ਗੱਡੀ ਵੱਡੀ ਹੋਣੀ ਚਾਹੀਦੀ। ਸ਼ੁਰੂ ਤੋਂ ਦੇਖੋ ਤੁਸੀਂ ਆਪਣੀ ਮੋਸਟਲੀ ਜਿਹੜੀ ਆਪਣੀ ਪਰਵਰਿਸ਼ ਕੀਤੀ ਜਾਂਦੀ ਆ, ਉਹਦਾ ਮਕਸਦ ਹੀ ਇਹੋ ਆ
ਅਸੀਂ ਮਟੀਰੀਅਲ ਨੂੰ ਲੈ ਕੇ ਹੀ ਤਾਂ ਤੁਰਦੇ ਹਾਂ। ਬਾਣੀ ਇਹ ਚੀਜ਼ ਨੂੰ ਲਾਈਕ ਨਹੀਂ ਕਰਦੀ। ਬਾਣੀ ਪਤਾ ਕੀ ਕਹਿੰਦੀ ਆ? ਬਾਣੀ ਕਿਤੇ ਵੀ ਤੁਸੀਂ ਵੇਖੋ, ਆਪ ਨੇ ਦੇਖੋ ਇੱਕ ਚੀਜ਼ ਨੂੰ ਸਮਝਿਆ ਹੋਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਆ, ਵੇਖੋ ਕਿੱਦਾਂ ਭਗਤਾਂ ਦੀ, ਭੱਟਾਂ ਦੀ, ਫਕੀਰਾਂ ਦੀ, ਬੜੀ ਕਿਸਮ ਦੇ ਲੋਕਾਂ ਦੀ ਬਾਣੀ ਐਡ ਕੀਤੀ ਹੈ। ਉਹਦਾ ਕਾਰਨ ਕੀ ਆ? ਕਿਤੇ ਆਪ ਨੇ ਨੋਟਿਸ ਕੀਤਾ ਇਹਦਾ ਕੀ ਕਾਰਨ ਹੈ? ਜੇ ਮੇਰਾ ਜੀਵਨ ਕੱਲਾ ਮੇਰੇ ਪਰਿਵਾਰ ਲਈ, ਮੇਰੀ ਕੌਮ ਲਈ, ਮੇਰੇ ਦੇਸ਼ ਲਈ ਹੈ ਤੇ ਉਹ ਏਡਾ ਵਧੀਆ ਜੀਵਨ ਨਹੀਂ ਹੈਗਾ। ਕਿਉਂ? ਫਿਰ ਸਰਵ ਵਿਆਪਕ ਗੱਲ ਤੇ ਨਾ ਹੋਈ। ਆਪ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵੱਖੋ ਵੱਖ ਉਹਨਾਂ ਬ੍ਰਹਮ ਗਿਆਨੀ ਦੀ ਬਾਣੀ ਆ। ਉਹ ਕੋਈ ਕਿੱਥੋਂ ਆ, ਮਹਾਰਾਸ਼ਟਰ ਤੋਂ ਆ, ਕੋਈ ਕਿੱਥੋਂ ਆ। ਉਹਨਾਂ ਦੀ ਕਿਉਂ ਬਾਣੀ ਐਡ ਕੀਤੀ? ਕਿਉਂਕਿ ਉਹ ਸਾਨੂੰ ਇਨਸਾਨ ਬਣਾਉਣਾ ਚਾਹੁੰਦੇ ਸਨ। ਕਿਤੇ ਵੀ ਉਹ ਸਾਨੂੰ ਵੱਖ ਨਹੀਂ ਕਰਨਾ ਚਾਹੁੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਤੂੰ ਇੱਕ ਮਜ਼ਹਬ ਬਣਾ ਕੇ ਬਹਿ ਜਾ ਆਪਣੇ ਆਪ ਨੂੰ, ਚਾਹੇ ਕੋਈ ਵੀ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਆ। ਉਹ ਮਤਲਬ ਉਹ ਆਪਾਂ ਇੱਕ ਕ੍ਰਾਈਟੇਰੀਆ ਚ ਆ ਜਾਂਦੇ ਹਾਂ ਜਿੱਥੇ ਆਪਾਂ ਇੱਕ ਲਿਮਟਿਡ ਹੋ ਜਾਂਦੇ। ਲਿਮਟ ਹੈਗੇ, ਲਿਮਟਲੈਸ ਨਹੀਂ ਹੁੰਦੇ, ਹਨਾ। ਹੁਣ ਵੇਖੋ, ਹਨਾ ਨਿੱਜਰ ਸਾਹਿਬ? ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਆ। ਉਹ ਕਹਿੰਦੇ ਮੈਂ ਤਾਂ ਇਨਸਾਨ ਪੈਦਾ ਕੀਤਾ, ਇਨਸਾਨ ਰਹੋ ਬਣ ਕੇ ਬਈ। ਤਾਂ ਹੀ ਤਾਂ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਮਹਾਰਾਸ਼ਟਰ ਦੇ ਜਿਹੜੇ ਹੈਗੇ ਉਹਨਾਂ ਦੀ ਨਾਮਦੇਵ ਜੀ ਦੀ ਬਾਣੀ ਹੈਗੀ ਆ। ਫਿਰ ਜਿਹੜੇ ਜੈਦੇਵ ਜੀ ਜਿਹੜੇ ਹੈਗੇ ਉਹ ਇੱਧਰੋਂ ਈਸਟ ਸਾਈਡ ਤੋਂ, ਕਲਕੱਤੇ ਸਾਈਡ ਤੋਂ ਜੈਦੇਵ ਜੀ ਹੈਗੇ, ਬੰਗਾਲ ਸਾਈਡ ਤੋਂ। ਅਤੇ ਫਿਰ ਜਿਹੜਾ ਹੈਗਾ ਫਰੀਦ ਜੀ ਹੈਗੇ ਆ। ਫਿਰ ਭੀਖਣ ਜੀ ਹੈਗੇ ਮੁਸਲਮਾਨ, ਦੇਖ ਲਓ ਇਹ ਜਿਹੜੇ ਹੈਗੇ। ਫਿਰ ਕਬੀਰ ਜੀ ਹੈਗੇ ਆ। ਹਰੇਕ ਤਰ੍ਹਾਂ ਦੇ ਦੇਖੋ ਗੁਰੂ ਸਾਹਿਬਾਨ ਦੇਖ ਲਓ ਜਿਹੜੇ ਹੈਗੇ, ਅਲੱਗ ਅਲੱਗ ਜਿਹੜੇ ਹੈਗੇ ਗੁਰੂ ਸਾਹਿਬਾਨ ਜਿਹੜੇ ਹੈਗੇ। ਕੋਈ ਆਪਣੇ ਉਹ ਥੋੜ੍ਹੀ ਨਾ ਕਿ ਵੀ ਉਹਨਾਂ ਨੇ ਆਪਣੇ, ਗੁਰੂ ਨਾਨਕ ਦੇਵ ਜੀ ਨੇ ਤਾਂ ਆਪਣੇ ਪੁੱਤਾਂ ਨੂੰ ਵੀ ਜਿਹੜਾ ਹੈਗਾ ਨਹੀਂ ਅਧਿਕਾਰੀ ਸਮਝਿਆ ਔਰ ਲਹਿਣਾ ਜੀ ਨੂੰ ਦਿੱਤੀ ਹੈ ਜਿਹੜੀ ਗੁਰਗੱਦੀ। ਹਾਂਜੀ ਵੀਰ। ਹਾਂ, ਤੇ ਇਹ ਮਤਲਬ ਕੇਵਲ ਗੱਲਾਂ ਨਹੀਂ ਕੀਤੀਆਂ, ਉਹ ਪ੍ਰੈਕਟੀਕਲ ਕਰਕੇ ਸਾਨੂੰ ਦੱਸ ਕੇ ਗਏ ਨੇ। ਹੁਣ ਸਾਡੇ ਚ ਵੇਖੋ ਆਪਣੇ ਹੈ ਕੋਈ ਉਹ ਚੀਜ਼, ਉਹ ਜੋ ਮਗਰ ਉਹਨਾਂ ਚਾਲੂ ਕੀਤਾ ਸੀ ਉਹ ਤੇ ਹੈ ਹੀ ਨਹੀਂ ਸੀ। ਹੁਣ ਤੇ ਕੁਛ ਹੋਰ ਬਣ ਗਿਆ। ਕਿਉਂ ਬਣ ਗਿਆ? ਉਹਦਾ ਕਾਰਨ ਹੈ ਕਿ ਇਨਸਾਨ ਉਹ ਫਿਰ ਕਾਰੋਬਾਰ ਨਾਲ ਜੋੜਦਾ ਹੈ, ਇਹਨੂੰ ਫਿਰ ਕਬਜ਼ਾ ਕਰਨਾ ਚਾਹੁੰਦਾ ਹੈ। ਫਿਰ ਉੱਪਰ ਉਹ ਖੂਬਸੂਰਤੀ ਨਹੀਂ ਰਹਿ ਜਾਏਗੀ ਉਹਦੀ। ਕਿਉਂ ਨਹੀਂ ਰਹਿ ਜਾਏਗੀ? ਕਿਉਂਕਿ ਉਹ ਉਹਦੀ ਜਿਹੜੀ ਕੋਈ ਜਾਨ ਸੀ, ਉਹ ਜਾਨ ਤੇ ਅਲੱਗ ਸੀ। ਉਹ ਜਸਟ ਸੋਚੋ ਕਿ ਇੰਨੀਆਂ ਬਾਣੀਆਂ ਕਿਉਂ ਇਕੱਠੀਆਂ ਕੀਤੀਆਂ ਗਈਆਂ। ਆਪ ਵੇਖੋ, ਹੋਰ ਗ੍ਰੰਥ ਪੜ੍ਹੋ, ਕਿੰਨੇ ਗ੍ਰੰਥ ਆ, ਅਲੱਗ ਅਲੱਗ ਬਾਣੀਆਂ। ਕੋਈ ਕਹਿੰਦਾ ਮੇਰੀ ਆ, ਕੋਈ ਕਹਿੰਦਾ ਫਲਾਨਾ। ਇੱਕ ਬੰਦੇ ਨੇ ਉਚਾਰਨ ਕੀਤੀ ਉਹ ਬਿਲਕੁਲ। ਪਰ ਇੱਥੇ ਕਿੱਡੀ ਵੱਡੀ ਗੱਲ ਆ। ਉਹ ਸਾਨੂੰ ਇਨਸਾਨ ਹੀ ਬਣਾਉਣਾ ਚਾਹੁੰਦੇ ਸਨ। ਸਾਨੂੰ ਸਿੱਖ ਤੇ ਕਿਤੇ ਵੀ ਨਹੀਂ ਬਣਾਉਣਾ ਚਾਹੁੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਤੂੰ ਇੱਕ ਛੋਟਾ ਜਿਹਾ ਬਣ ਕੇ 1-2% ਬਣ ਕੇ ਰਹਿ ਜਾਏ। ਤੂੰ ਇੱਕ ਏਦਾਂ ਦਾ ਬੰਦਾ ਬਣ ਕੇ ਜਿਹੜਾ ਮਨੁੱਖਤਾ ਦੇ ਲਈ, ਮਾਨਵਤਾ ਲਈ ਕੰਮ ਕਰੇ। ਬਹੁਤ ਉੱਚਾ ਟੀਚਾ ਸੀ। ਉਹਨਾਂ ਨੇ ਸਾਨੂੰ ਨਿਰਦੇਸ਼ ਨਹੀਂ ਕੀਤਾ, ਉਹਨਾਂ ਨੇ ਉਹਨੂੰ ਜੀਵਨ ਨੂੰ ਬਤੀਤ ਵੀ ਕੀਤਾ ਔਰ ਸਾਨੂੰ ਕਰਕੇ ਦਿਖਾਇਆ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਹੋਰ ਸਾਡੇ ਲਈ ਬੜੀ ਵੱਡੀ ਇੱਕ ਮਿਸਾਲ ਕਾਇਮ ਕੀਤੀ ਕਿ ਮੇਰੇ ਬੱਚੇ ਹੈਗੇ ਨੇ, ਮੈਂ ਬੱਚਿਆਂ ਨੂੰ ਨਹੀਂ ਉਹ ਚੀਜ਼ ਦਿੱਤੀ ਕਿਉਂਕਿ ਉਹ ਪਾਤਰਤਾ ਨਹੀਂ ਹੈਗੀ, ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਨੇ। ਆਪ ਜਸਟ ਸੋਚੋ ਕਿ ਸਾਡੇ ਚ ਕੋਈ ਹੈਗਾ ਕੋਈ ਇੰਨੀ ਕਰਤੂਤ ਦਾ ਮਾਲਕ? ਨਿੱਜਰ ਸਾਹਿਬ ਨਾ। ਬੜੀ ਵੱਡੀ ਗੱਲ ਹੈ ਸਾਧ ਸੰਗਤ ਜੀ। ਇਹ ਵੱਡੀ ਗੱਲ ਹੈ, ਕਾਫੀ ਵੱਡੀ ਗੱਲ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਬੜੀ ਵੱਡੀ ਗੱਲ। ਉਹਨਾਂ ਕੇਵਲ ਗੱਲਾਂ ਨਹੀਂ ਕੀਤੀਆਂ, ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਹੈ। ਆਪ ਸਾਰਾ ਇਤਿਹਾਸ ਚੈੱਕ ਕਰੋ ਇਹਨਾਂ ਦਾ, ਸਾਰਿਆਂ ਦਾ। ਬ੍ਰਹਮ ਗਿਆਨੀ, ਬੜੀਆਂ ਉੱਚੀਆਂ ਗੱਲਾਂ ਇਹਨਾਂ ਨੇ ਫਿਰ ਉਸ ਸੱਚ ਨੂੰ ਜਿੰਦਾ ਰੱਖਿਆ ਹੈ ਨਾ। ਐਵੇਂ ਨਾਮੇ ਪ੍ਰੀਤ ਹਮਾਰੀ, ਉਹ ਨਹੀਂ ਗੱਲਾਂ ਹੀ ਗੱਲਾਂ ਨਹੀਂ ਆ। ਬਾਣੀ ਕਹਿੰਦੀ ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਉਹਨਾਂ ਨੇ ਗੱਲਾਂ ਵੀ ਕੀਤੀਆਂ ਤੇ ਆਚਾਰੀ ਵੀ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਹੈ ਜ਼ਿੰਦਗੀ ਚ, ਔਰ ਬੜਾ ਜ਼ਬਰਦਸਤ ਇੰਪਲੀਮੈਂਟ ਕੀਤਾ। ਇੰਨਾ ਜ਼ਬਰਦਸਤ, ਆਪ ਜਸਟ ਸੋਚੋ ਉਸ ਟਾਈਮ ਤੇ ਕਿੰਨੇ ਟੈਟ ਹਾਲਾਤ ਸਨ। ਸਿੱਖ ਜਿਹੜੇ ਆਪਣੀ ਕੌਮ ਸੀ ਉਸ ਟਾਈਮ ਤੇ, ਕੌਮ ਤੇ ਵੇਖੋ ਕਿੱਦਾਂ ਅਟੈਕ ਹੋ ਰਿਹਾ, ਕਿੱਦਾਂ ਕੋਈ ਹਮਲੇ ਕਰ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨਹੀਂ ਆ, ਪਹਿਲਾਂ ਦੀ ਗੱਲ ਲਾ ਲਓ। ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵੀ ਬਾਬਰ ਆ ਗਿਆ ਸੀਗਾ ਉੱਥੋਂ, ਜਿਹੜਾ ਹੈਗਾ ਖੁਰਾਸਾਨ ਤੋਂ। ਤੇ ਵੇਖ ਲਓ, ਆਪ ਜਸਟ ਦੇਖੋ ਉਹਦੇ ਬਾਵਜੂਦ ਵੀ ਕਿੰਨੇ ਮੁਸਲਮਾਨਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ। ਆਪ ਜਸਟ ਸੋਚੋ, ਉਧਰੋਂ ਸਾਈਂ ਮੀਆਂ ਮੀਰ ਜੀ ਆ ਰਹੇ ਨੇ ਫਾਊਂਡੇਸ਼ਨ ਰੱਖਣ ਵਾਸਤੇ। ਨਿੱਜਾ ਸਾਹਿਬ ਬਿਲਕੁਲ।
ਹੁਣ ਸਾਡੇ 'ਚ ਹੈਗੀ ਕਿਸੇ 'ਚ ਹਿੰਮਤ ਹੀ ਨਹੀਂ ਗੱਲ ਕਰਨ ਦੀ। ਅਸੀਂ ਕਹਿਣਾ ਕਿ ਅਸੀਂ ਸੋਚ ਨਹੀਂ ਸਕਦੇ, ਸੋਚ 'ਚ ਲੱਗਿਆ ਵੀ ਸਾਡੀਆਂ ਨਾੜਾਂ ਹਿੱਲ ਜਾਣ, ਪਰ ਉਹਨਾਂ ਨੇ ਕਰਕੇ ਦਿਖਾਇਆ ਸਾਨੂੰ, ਐਡਾ ਜ਼ਬਰਦਸਤ ਸਬਕ ਦਿੱਤਾ ਹੈ। ਫਿਰ ਉਸ ਦੀ ਸਾਨੂੰ ਚੱਲਣ ਲਈ ਪ੍ਰੇਰਿਤ ਕੀਤਾ ਹੈ, ਔਰ ਅੱਜ ਕੁਛ ਦਾ ਕੁਛ ਹੋਰ ਬਣ ਰਿਹਾ। ਚਲੋ ਉਹ ਲੀਵਿਟ ਆ, ਉਹ ਵੀ ਪ੍ਰਕਿਰਤੀ ਦਾ ਇੱਕ ਹਿੱਸਾ ਹੈ। ਮੈਂ ਨਹੀਂ ਕਹਿੰਦਾ ਕੋਈ ਗਲਤ ਹੋ ਰਿਹਾ, ਉਹ ਜੋ ਪ੍ਰਕਿਰਤੀ ਵੱਡੇ ਲੈਵਲ ਤੇ ਕਰ ਰਹੀ ਹੈ। ਪਰ ਸਾਡਾ ਜਿਹੜਾ ਇਤਿਹਾਸ, ਸਾਡੀ ਜਿਹੜਾ ਪਿਛੋਕੜ ਆ, ਉਹ ਬਹੁਤ ਜ਼ਬਰਦਸਤ ਪਿਛੋਕੜ ਆ, ਬਹੁਤ ਛੋਟਾ ਕਰਤਾ ਆਪਾਂ ਨੂੰ। ਗੁਰੂ ਗੋਬਿੰਦ ਸਿੰਘ ਦੇ ਜਿਹੜੇ ਮੋਢੇ ਤੇ ਬੰਦੂਕ ਚਲਾ ਦਿੰਦੇ ਆ ਇਹ ਲੋਕ ਜਿਹੜੇ ਹੈਗੇ ਆ, ਗੁਰੂ ਗੋਬਿੰਦ ਸਿੰਘ ਦੇਖੋ ਉਹਨਾਂ ਦੇ ਨਾਲ 500 ਜਿਹੜੇ ਹੈਗੇ ਮੁਸਲਮਾਨ ਜਿਹੜੇ ਹੈਗੇ, ਬੁੱਧੂ ਸ਼ਾਹ ਦੇ ਨਾਲ 500 ਮੁਸਲਮਾਨ ਆ ਕੇ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਨੇ ਯੁੱਧ ਕੀਤਾ ਹੈ, ਮੁਸਲਮਾਨਾਂ ਦੇ ਨਾਲ ਹੀ ਯੁੱਧ ਕੀਤਾ ਹੈ। ਦੇਖ ਲਓ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਹਾਲੇ ਕਰੋ ਗੱਲ, ਆਪ ਜਸਟ ਸੋਚੋ 500 ਬੰਦੇ ਇਹਨਾਂ ਦੀ ਆਰਮੀ ਦੇ ਆ, ਉਸ ਤੋਂ ਬਾਅਦ ਉਹ ਬੰਦੇ ਮੁਸਲਮਾਨਾਂ ਦੇ ਨਾਲ ਯੁੱਧ ਕਰ ਰਹੇ। ਆਪ ਜਸਟ ਦੇਖੋ, ਮਤਲਬ ਕਿ ਉਹਨਾਂ ਦੇ ਮਨ 'ਚ ਤੇ ਹੈ ਨਹੀਂ ਸੀ ਕਿ ਇਹ ਮੁਸਲਮਾਨ ਹੈ ਤੇ ਇਹਨਾਂ ਨੂੰ ਮੈਂ ਆਰਮੀ 'ਚ ਨਹੀਂ ਲੈਣਾ। ਬਿਲਕੁਲ ਦੇਖੋ, ਆਪ ਦੇਖੋ ਬੜੀ ਵੱਡੀ ਗੱਲ ਹੈ। ਹੁਣ ਸਿੱਖ ਜਿਹੜੇ ਹੈਗੇ, ਹੁਣ ਆਪਾਂ ਜਿਹੜੇ ਹੈਗੇ ਕਹਿੰਦੇ ਜੀ ਇਹ ਤਾਂ ਜੀ ਇਸ ਤਰ੍ਹਾਂ ਹੈ, ਇਹ ਤਾਂ ਉਸ ਤਰ੍ਹਾਂ ਹੈ, ਇਹਨਾਂ ਨੂੰ ਤਾਂ ਅਸੀਂ ਲੈਂਦੇ ਨਹੀਂ ਆ। ਉਹ ਤਾਂ ਮੁਸਲਮਾਨ ਹੀ ਸੀਗੇ, ਮੁਸਲਮਾਨ ਹੀ ਰਹੇ ਆਖਰੀ ਤੱਕ, ਔਰ ਉਹ ਸਿੱਖਾਂ ਨਾਲੋਂ ਜ਼ਿਆਦਾ ਪਿਆਰੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਵੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਆ, ਬਹੁਤ ਜ਼ਬਰਦਸਤ ਧਰਮ ਹੈ ਜਿਹੜਾ ਚਲਾਇਆ ਸੀ। ਧਰਮ ਦਾ ਮਤਲਬ ਹੀ ਸੀ, ਇਹ ਕੋਈ ਇੱਕ ਬੰਦੇ ਦਾ ਧਰਮ ਹੀ ਨਹੀਂ ਸੀ। ਆਪਾਂ ਨੇ ਤਾਂ ਗੇਟ ਹੀ ਬੰਦ ਕਰਤਾ, ਗੋਰਖੀ ਸਾਹਿਬ ਗੇਟ ਹੀ ਬੰਦ ਕਰਕੇ ਰੱਖਤਾ ਆਪਾਂ ਨੇ। ਨਹੀਂ ਗੇਟ ਤੇ ਕਰਤੇ ਬੰਦ, ਠੀਕ ਹੈ ਕੋਈ ਗੱਲ ਨਹੀਂ। ਬਟ ਪਤਾ ਕੀ ਹੁੰਦਾ, ਬਾਕੀ ਕੋਈ ਵੀ ਜਦੋਂ ਚੀਜ਼ ਨੂੰ ਆਪਾਂ ਨੂੰ ਤੋੜ ਦਾਂਗੇ, ਉਹਦੀ ਆਪਣੇ ਸਵਾਰਥ ਦੇ ਲਈ ਉਹਨੂੰ ਆਪਾਂ ਖੰਡਿਤ ਕਰ ਦਾਂਗੇ, ਤੇ ਫਿਰ ਉਹਦੀ ਕੁਆਲਿਟੀ ਨਹੀਂ ਰਹਿ ਜਾਣੀ। ਅਸਲ 'ਚ ਤੇ ਉਹਨਾਂ ਨੇ ਜੋ ਚੀਜ਼ ਸੋਚੀ ਸੀ, ਉਹ ਤੇ ਪਰਮਾਤਮਾ ਦੇ ਲਈ ਹੀ ਗ੍ਰੰਥ ਰਚਿਆ ਸੀ ਕਿ ਮੇਰੇ ਪਿਤਾ, ਇਹ ਜਿਹੜਾ ਵੀ ਗਰੀਬ ਹੈ, ਕੋਈ ਵਿਚਾਰਾ ਉਹਨੂੰ ਨਹੀਂ ਮਾਨ ਸਨਮਾਨ ਮਿਲਿਆ, ਉਹਦੀ ਬਾਣੀ ਨੂੰ ਇੱਥੇ ਐਡ ਕੀਤਾ, ਸਨਮਾਨ ਦਿੱਤਾ। ਬਿਲਕੁਲ, ਉਹ ਸਨਮਾਨ ਆਪਾਂ ਫੇਰ ਖੋਲਿਆ, ਪੰਗਾ ਤੇ ਪੈ ਗਿਆ। ਪਰ ਆਪਾਂ ਕੌਣ ਹੁੰਦੇ ਖਾਉਣ ਵਾਲੇ? ਬਿਲਕੁਲ, ਸਾਨੂੰ ਸੋਚਣੀ ਚਾਹੀਦੀ ਹੈ ਕਿ ਸਾਡੇ ਗੁਰੂਆਂ ਨੇ ਸਨਮਾਨ ਦਿੱਤਾ ਹੈ, ਤੇ ਆਪਾਂ ਤੇ ਹੁਣ ਕਹਿੰਦੇ ਨਹੀਂ ਜੀ ਤੂੰ ਆ ਫਲਾਣਾ ਕੰਮ ਕਰੇਗਾ ਤਾਂ ਹੀ ਇੱਥੇ ਲਾਗੇ ਲੱਗ ਸਕਦਾ, ਅਦਰਵਾਈਜ਼ ਤੂੰ ਕੈਪੇਬਲ ਨਹੀਂ ਹੈਗਾ। ਇਹ ਨਾ ਐਕਚੁਅਲੀ ਗੋਰਖੀ ਸਾਹਿਬ ਜਿਹੜਾ ਗੁਰੂ ਗ੍ਰੰਥ ਸਾਹਿਬ ਹੈਗੇ ਨਾ, ਇਹ ਜਿਹੜੇ ਸਾਰੀ ਜਿਹੜੀ ਹੈਗੀ ਮਨੁੱਖਤਾ ਵਾਸਤੇ ਰਜਿਸਟਰਡ ਹੋਣੇ ਚਾਹੀਦੇ ਆ। ਇਹ ਜਿਹੜਾ ਸਿੱਖਾਂ ਦੇ ਕੋਈ ਜਿਹੜੇ ਹੈਗੇ, ਇਹ ਉਹਨਾਂ ਦਾ ਟ੍ਰੇਡਮਾਰਕ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਬਾਪ ਦਾਦੇ ਦੀ ਜਾਗੀਰ ਨਹੀਂ ਬਣਨੀ ਚਾਹੀਦੀ। ਇਹ ਤਾਂ ਮਨੁੱਖਤਾ, ਸਾਰੀ ਮਨੁੱਖਤਾ ਦੇ ਵਾਸਤੇ ਹੈਗਾ, ਦੁਨੀਆ ਦੇ ਵਿੱਚ ਰਜਿਸਟਰ ਹੋਣਾ ਵੀ ਉਹਨਾਂ ਵਾਸਤੇ ਹੈ। ਇਹ ਅਸਲ 'ਚ ਇਹ ਕਿਸੇ ਸਿੱਖ, ਮੈਂ ਹੁਣ ਵੀ ਮੈਨੂੰ ਕਹਿੰਦੇ ਨੇ ਕਿ ਬਈ ਏਦਾਂ ਬਈ ਇਹ ਹੈ ਉਹ, ਮੈਂ ਨਹੀਂ ਵੇਚਦੇ ਗੱਲ ਸੁਣ ਭਰਾ, ਇਹ ਸਿੱਖ ਵਾਸਤੇ ਤੇ ਕਿਤੇ ਵੀ ਨਹੀਂ ਲਿਖੀ ਗਈ ਬਾਣੀ। ਇਹ ਤੇ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਹੀ ਬਾਣੀ ਲਿਖੀ ਗਈ ਸੀ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤੇ ਬਾਣੀ 'ਚ ਕੋਈ ਖਾਸ ਕਰਕੇ ਤੇ ਏਦਾਂ ਦੇ ਲਿਖਿਆ ਨਹੀਂ ਕਿ ਤੂੰ ਵੀ ਫਲਾਣਾ ਕੰਮ ਕਰੇਗਾ ਤੂੰ ਤਾਂ ਉਹ ਮਤਲਬ ਹੋਵੇਗਾ। ਬਾਣੀ ਦੇ ਵਿੱਚ ਦੇਖੋ ਸਾਰੀ ਬਾਣੀ 'ਚ ਲਿਖਿਆ ਹੈ, ਬਾਹਰੀ ਭੇਸ ਨੂੰ, ਠੀਕ ਹੈ, ਅਸੀਂ ਇੱਕ ਮਜ਼ਹਬ ਦੇ ਤੌਰ ਤੇ ਇੱਕ ਕੌਮ ਦੀ ਗੈਰਤ ਸਾਡੇ 'ਚ ਹੈਗੀ ਹੈ, ਮੈਂ ਵੀ ਸਿੱਖ ਹੀ ਲਿਖਾਵਾਂਗਾ ਮਗਰ, ਬਟ ਜੇ ਮੈਂ ਸੋਚਾਂ ਕਿ ਇੱਥੇ ਗੱਲ ਖਤਮ ਹੋ ਜਾਂਦੀ ਹੈ, ਇਹ ਫਿਰ ਗਲਤ ਆ ਕੰਮ। ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਮੈਸੇਜ ਆ, ਉਹ ਤੇ ਫਿਰ ਕਹਿੰਦੇ ਨੇ ਹੱਥ ਮਾਲਾ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਕ ਨੇ ਰਾਮ ਖਿਲਾਉਣਾ ਜਾਣਾ, ਫਿਰ ਉਹ ਤੇ ਉਹੋ ਚੀਜ਼ ਹੋ ਗਈ। ਬਿਲਕੁਲ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੇ ਵੱਲੋਂ ਇੱਕ ਅੱਖਰ ਵੀ ਨਹੀਂ ਪਾਇਆ ਇਹਦੇ ਵਿੱਚ। ਦੇਖੋ ਉਹਨਾਂ ਨੇ ਤੇ ਇੱਕ ਮੈਂ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ, ਵਾਸ਼ਿੰਗਟਨ ਡੀਸੀ 'ਚ ਇੱਕ ਲਾਇਬ੍ਰੇਰੀ ਹੈਗੀ ਆ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਟੌਪ ਤੇ ਰੱਖੀ ਹੋਈ ਆ। ਬਿਲਕੁਲ ਜੀ, ਉਹ ਦੇਖੋ, ਆਪ ਜਸਟ ਦੇਖੋ। ਹੁਣ ਮੈਂ ਉਦਣ ਇੱਕ ਪਤਾ ਨਹੀਂ ਮੈਂ ਕਿੱਥੇ ਇੱਕ ਗੋਰੀ ਨੂੰ ਵੇਖਿਆ, ਉਹ ਗੋਰੀ ਨੇ ਬਹੁਤ ਰਿਸਪੈਕਟ ਦਿੱਤੀ। ਉਹ ਕਹਿੰਦੀ ਕਿ ਫੈਮਿਨੀ ਜੈਂਡਰ ਜਿਹੜਾ ਸੀ ਅਮਰੀਕਾ ਇੰਗਲੈਂਡ 'ਚ ਹਮੇਸ਼ਾ ਹੀ ਔਰਤ ਦਾ ਸ਼ੋਸ਼ਣ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਤੋਂ ਕਿੰਨੇ ਸਾਲ ਪਹਿਲਾਂ ਲਿਖਿਆ ਹੈ, ਜਿਸ ਜੰਮੇ ਰਾਜਾਨ ਸੋਖੋ ਮੰਦਾ ਆਖੀਏ। ਉਹਨਾਂ ਨੇ ਉਦੋਂ ਇੱਕ ਫੀਮੇਲ ਦੇ ਲਈ ਆਵਾਜ਼ ਉਠਾਈ ਆ। ਆਪ ਜਸਟ ਸੋਚੋ ਸਾਧ ਸੰਗਤ ਜੀ ਕਿ ਸਾਡੀ ਜਿਹੜੇ ਗੁਰੂ ਸਨ, ਜਿਹੜੇ ਸਾਨੂੰ ਮੈਸੇਜ ਦੇ ਕੇ ਗਏ ਨੇ, ਉਹ ਕਿੱਦਾਂ ਦੀ ਸੋਚ ਰੱਖਦੇ ਨੇ, ਕਿੱਡੀ ਕਲੀਅਰ। ਦੂਜੇ ਧਰਮਾਂ 'ਚ ਵੇਖੋ, ਔਰਤ ਨੂੰ ਤੇ ਉਹਨਾਂ ਵੜ ਨਹੀਂ ਦਿੱਤਾ ਅੰਦਰ, ਬਿਲਕੁਲ ਨਹੀਂ ਵੜਨ, ਪਰ ਇਹਨਾਂ ਨੇ ਨਲਾਇਕਾਂ ਨੇ ਫੇਰ ਆ ਕੇ ਥੋੜੀ ਗੜਬੜ ਕੀਤੀ ਆ। ਉੱਥੇ ਜਾ ਕੇ ਉਹ ਥੋੜੀ ਜਿਹੀ ਹੋਈ ਆ, ਬਟ ਉਹ ਫੇਰ ਆਪਾਂ ਵਾਪਸ ਚਲ ਗਏ।
ਉਹ ਜਿੰਨੀ ਆਪਾਂ ਨੂੰ ਚੱਲਣ ਉਹ ਜੱਲਣ। ਹੁਣ ਵੀ ਕਈ ਜਗ੍ਹਾ ਤੇ ਮੈਂ ਵੇਖਦੇ ਆ, ਹੁਣ ਤੇ ਚਲੋ ਸੁਧਰ ਗਏ ਥੋੜੇ ਜਿਹੇ, ਨਹੀਂ ਜੀ ਤੁਸੀਂ ਸਰਦਾਰ ਹੈਗੇ ਜੇ ਤਾਂ ਹੀ ਲੰਗਰ ਵਟਾ ਸਕਦੇ। ਪਰ ਮੈਂ ਇਹ ਮਹਿਸੂਸ ਕਰਦਾ ਕਿ ਇੱਥੇ ਕੋਈ ਲੰਗਰ ਵਰਤਾਉਣਾ ਕੋਈ ਬਾਹਰੀ ਭੇਸ ਦਾ ਨਹੀਂ ਕਨੈਕਸ਼ਨ। ਕੋਈ ਵੀ ਬੰਦਾ ਜਿਹਦਾ ਦਿਲ ਕਰਦਾ ਸੇਵਾ ਕਰੋ। ਹੁਣ ਤੇ ਸੰਗਤ ਹੀ ਨਹੀਂ ਹੈਗੀ, ਹੁਣ ਤੇ ਜਿਹੜਾ ਮਰਜ਼ੀ ਵਰਤਾ ਦੇ। ਪਰ ਜਦੋਂ ਮੇਰੀ 43 ਸਾਲ ਉਮਰ ਆ, ਮੈਂ ਲਾ ਲਓ 15 ਕੁ ਸਾਲ ਦਾ ਹੋਊਗਾ, ਉਦੋਂ ਨਹੀਂ ਵਰਤਾਉਣ ਦਿੰਦੇ ਸੀ, ਬਹੁਤ ਕਬਜ਼ਾ ਸੀ। ਮਤਲਬ ਕਹਿਣ ਦਾ ਭਾਵ ਹੈ ਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਉਹ ਇੱਥੇ ਇਹ ਨਾ ਸੋਚੋ ਕਿ ਅਸੀਂ ਕਿਸੇ ਬਰਖਲਾਫ ਬੋਲਦੇ ਹਾਂ। ਆਪਾਂ ਘਰ ਦੇ ਹੀ ਬੰਦੇ ਆ, ਆਪਣੇ ਘਰ 'ਚ ਏਦਾਂ ਦਾ ਹਾਲਾਤ ਨੇ। ਪਰ ਗੁਰੂਆਂ ਨੇ ਸਾਨੂੰ ਬੜਾ ਉੱਚਾ ਜੀਵਨ ਦਿੱਤਾ, ਬਹੁਤ ਉੱਚਾ। ਔਰ ਸਾਨੂੰ ਲਕੀਰ ਦੇ ਫਕੀਰ ਨਹੀਂ ਰਹਿਣ ਦਿੱਤਾ, ਛੱਪੜ ਦੇ ਡੱਡੂ ਨਹੀਂ। ਉਹ ਕਹਿੰਦੇ ਤੂੰ ਛੱਪੜ ਦਾ ਡੱਡੂ ਨਹੀਂ ਬਣਨਾ, ਕਿਉਂਕਿ ਦੂਜੇ ਧਰਮਾਂ 'ਚ ਲੋਕੀ ਛੱਪੜ ਦੇ ਡੱਡੂ ਬਣੇ ਨੇ। ਉਹ ਆਪਣੇ ਧਰਮ ਦੇ ਬਾਰੇ ਸੋਚਦੇ ਨੇ, ਪਰ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਏਦਾਂ ਦੀ ਸੋਚ ਰੱਖੋ। ਤੁਸੀਂ ਸਰਬ ਵਿਆਪਕ ਸੋਚ ਰੱਖੋ। ਤੁਸੀਂ ਇਨਸਾਨ ਬਣੋ, ਇੱਕ ਚੰਗੇ ਇਨਸਾਨ ਬਣ ਕੇ ਔਰ ਇੱਕ ਚੰਗਾ ਜੀਵਨ ਬਤੀਤ ਕਰੋ। ਔਰ ਉਹਦਾ ਕਾਰਨ ਸੀ, ਔਰ ਉਹਨਾਂ ਨੇ ਤਾਈਓ ਬਾਣੀ ਇਕੱਠੀ ਕੀਤੀ ਹੈ ਨਿੱਜਰ ਸਾਹਿਬ। ਬਿਲਕੁਲ ਹਾਂ, ਠੀਕ ਹੈ ਜੀ। ਇਹ ਵੀ ਵਿਚਾਰ ਬਹੁਤ ਵਧੀਆ, ਕਰਿਆ ਕਰੋ। ਇਹ ਵੀ ਸਾਡਾ ਫਰਜ਼ ਬਣਦਾ ਹੈ ਕਰਨਾ ਵਿਚਾਰ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ ਕਿ ਹੋ ਗਈ ਪੂਰੀ? ਹਾਂਜੀ, ਅੱਗੇ ਚੱਲੀਏ। ਅੱਗੇ ਹੈਗਾ ਆਖਰੀ ਦੇ ਵਿੱਚ ਜਿਹੜਾ ਚੌਥਾ ਬੰਦ ਹੈਗਾ, ਉਹਦੇ ਵਿੱਚ ਮਹਾਰਾਜ ਜਿਹੜੇ ਹੈਗੇ, ਦੇਖੋ ਪਹਿਲਾਂ ਵੀ ਲਾ ਸਕਦੇ ਸੀ ਇਹ ਬੱਚੇ ਦਾ ਐਗਜ਼ਾਮਪਲ ਤੇ ਮਾਂ ਦਾ ਐਗਜ਼ਾਮਪਲ, ਆਖਰੀ ਦੇ ਵਿੱਚ ਕਿਉਂ ਲਗਾਇਆ? ਜੈਸੀ ਪ੍ਰੀਤ ਬਾਰਕ ਔਰ ਮਾਤਾ, ਜਿਸ ਜੀ ਪ੍ਰੀਤ ਜਿਹੜੀ ਹੈ ਬੱਚੇ ਔਰ ਮਾਂ ਦੀ ਹੈਗੀ, ਇਹ ਸਭ ਤੋਂ ਪਵਿੱਤਰ ਪ੍ਰੀਤ ਮੰਨੀ ਜਾਂਦੀ ਹੈ। ਕਹਿੰਦੀ ਜੈਸੀ ਪ੍ਰੀਤ ਬਾਰਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਬਸ ਇਹੀ ਜੀ ਪ੍ਰੀਤ ਆ ਕਹਿੰਦੇ ਪਰਮੇਸ਼ਰ ਦੇ ਨਾਲ। ਕਹਿੰਦੇ ਇਸ ਤਰ੍ਹਾਂ ਦਾ ਮੇਰਾ ਮਨ ਰੱਤ ਗਿਆ। ਹੁਣ ਮੈਨੂੰ ਜਿਹੜਾ ਹੈਗਾ ਮਾਲਕ ਚਾਹੀਦਾ ਹੈ, ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਮਾਂ ਚਾਹੀਦੀ ਹੈ, ਮੈਨੂੰ ਪਿਓ ਚਾਹੀਦਾ, ਮੈਨੂੰ 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 ਇਹ ਖਿਡੌਣੇ ਜਿਹੜੇ ਹੈਗੇ ਇਹਨਾਂ ਦੇ ਨਾਲ ਮੇਰੀ ਪ੍ਰੀਤ ਘਟ ਗਈ ਆ। ਇਹਨਾਂ ਦੇ ਵਿੱਚ ਜਿਹੜਾ ਹੈਗਾ ਮੇਰਾ ਚਿੱਤ ਨਹੀਂ ਲੱਗਦਾ। ਜੈਸੀ ਪ੍ਰੀਤ ਬਾਰਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਪੜ੍ਹਵੇ ਨਾਮਦੇਵ ਲਾਗੀ ਪ੍ਰੀਤ, ਗੋਬਿੰਦ ਬਸੇ ਹਮਾਰੇ ਚੀਤ। ਕਹਿੰਦੇ ਇਹੋ ਜਿਹੀ ਪ੍ਰੀਤ ਲੱਗ ਗਈ ਹੈ ਪਾਏ। ਉਹ ਗੋਬਿੰਦ, ਉਹ ਮਾਲਕ ਪਰਮਾਤਮਾ ਹੁਣ ਮੇਰੇ ਚਿੱਤ ਦੇ ਵਿੱਚ ਵਸਦਾ ਹੈ। ਜਿੱਥੇ ਕਿ ਸੰਸਾਰ ਦੀਆਂ ਲਹਿਰਾਂ ਵਸਦੀਆਂ ਸੀਗੀਆਂ, ਉੱਥੇ ਹੁਣ ਮਾਲਕ ਪਰਮਾਤਮਾ ਵਸਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਜੈਸੀ ਪ੍ਰੀਤ ਬਾਰਿਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। 99 ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੇ ਹਮਾਰੇ। ਹੁਣ ਉਹ ਕਹਿੰਦੇ ਆ ਕਿ ਮੇਰਾ ਜਿਹੜਾ ਉਹ ਇੱਕ ਮਾਂ ਦਾ ਤੇ ਬੱਚੇ ਦਾ ਜਿੱਦਾਂ ਇੱਕ ਪਿਆਰ ਹੈ, ਵੇਖੋ ਕਿੱਡਾ ਤਗੜਾ ਪਿਆਰ ਹੈ ਨਾ, ਔਰ ਬੜਾ ਜ਼ਬਰਦਸਤ ਹੈ। ਵੈਸੇ ਵੀ ਕੋਈ ਬੱਚਾ ਆਪਣੇ ਮਾਂ ਦੇ ਪਿਆਰ ਦੀ ਕਦੇ ਵੀ ਕੀਮਤ ਨਹੀਂ ਦੇ ਸਕਦਾ, ਇਹ ਸੱਚ ਹੈਗਾ। ਪਿਓ ਦਾ ਸੰਬੰਧ ਬੜਾ ਟੈਂਪਰੇਰੀ ਹੁੰਦਾ, ਮਾਂ ਦਾ ਸੰਬੰਧ ਬੜਾ ਤਗੜਾ ਹੁੰਦਾ। ਵੈਸੇ ਪਿਓ ਵੀ ਆਪਣੀ ਜਗ੍ਹਾ ਸਹੀ ਹੈ, ਉਹ ਇੱਕ ਅਲੱਗ ਪਲੇ ਕਰਦਾ। ਮਾਂ ਬੱਚੇ ਦੇ ਲਈ ਵੇਖੋ ਉਹਦਾ ਇੱਕ ਪਰਵਰਿਸ਼ ਕਰਨ ਚ ਮਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ। ਛੋਟੇ ਨੂੰ ਕਿੱਦਾਂ ਸਾਂਭਦੀ ਹੈ, ਕਿੱਦਾਂ ਨੂੰ ਪੋਟੀ ਕਰਨੀ ਸਿਖਾਉਣੀ ਆ, ਰੋਟੀ ਖਾਣੀ ਸਿਖਾਉਣੀ ਆ, ਪਿਸ਼ਾਬ ਕਰਨਾ, ਫਿਰ ਨਹਾਉਣਾ, ਫਿਰ ਪਹਿਲਾਂ ਕੱਪੜੇ ਆਪ ਪਾ ਕੇ ਦਿੰਦੀ ਕਿੰਨੇ ਸਾਲ ਤੱਕ। ਹੁਣ ਮੇਰੇ ਬੱਚੇ ਕਿਤੇ ਕਿੱਡਾ ਵੱਡਾ ਹੋ ਗਿਆ, 14 ਸਾਲ ਦਾ, ਉਹਦਾ ਜੂੜਾ ਵਾਉਂਦੀ ਉਹ ਵਿਚਾਰੀ ਹਨਾ। ਨਿੱਜਾ ਸਾਹਿਬ ਕਿੱਡੇ ਕਿੱਡੇ ਵਾਲ ਆ, ਫਿਰ ਉਹਨਾਂ ਨੂੰ ਨਵਾਉਣਾ, ਕਿੱਡਾ ਪੇਪਰ ਵਰਕ ਜਾਂ ਉਹ ਪ੍ਰੈਕਟੀਕਲ ਕੰਮ ਕਰਦੀ ਆ ਫੁੱਲ ਟਾਈਮ। ਕੇਵਲ ਉਹਦੇ ਜੀਵਨ ਦਾ ਮਕਸਦ ਹੀ ਬੱਚਿਆਂ ਨੂੰ ਹੀ ਸਾਂਭਣਾ ਹਨਾ। ਉਹ ਰਿਸ਼ਤੇ ਦੀ ਕੀਮਤ ਕੋਈ ਦੇ ਸਕਦਾ? ਪਰ ਬੱਚਾ ਵੇਖੋ ਵੱਡਾ ਹੋ ਜਾਂਦਾ, ਭੁੱਲ ਜਾਂਦਾ, ਹੋ ਗਿਆ ਹੀ ਕੋਈ ਨਹੀਂ। ਉਹ ਕਹਿੰਦਾ ਤੁਹਾਨੂੰ ਅਕਲ ਕੋਈ ਨਹੀਂ ਹੈਗੀ, ਤੁਹਾਨੂੰ ਏਦਾਂ ਕਰਨਾ ਚਾਹੀਦਾ, ਤੁਹਾਨੂੰ ਏਦਾਂ ਕਰਨਾ ਚਾਹੀਦਾ। ਪਰ ਹਰ ਕੋਈ ਬੰਦਾ ਆਪਣੇ ਲੈਵਲ ਤੇ ਬੈਸਟ ਹੀ ਕਰਦਾ। ਉਹਦੇ ਕੋਲ ਸੋਰਸ ਹੀ ਉਹਨੇ ਕੀ ਸੀ। ਹੁਣ ਅੱਜ 20 ਸਾਲ 30 ਸਾਲ ਬਾਅਦ ਆ ਕੇ ਮੈਂ ਕੋਈ ਕਮੈਂਟ ਕਰਦਾ ਜਾਂ ਕੋਈ ਸਟੇਟਮੈਂਟ ਕਰਦਾ, ਉਹ ਸਹੀ ਨਹੀਂ ਹੈ, ਕਿਉਂਕਿ ਉਸ ਟਾਈਮ ਤੇ ਜੋ ਹਾਲਾਤ ਸਨ ਉਹਨਾਂ ਨੇ ਬੈਸਟ ਕੀਤਾ। ਉਹ ਜੋ ਵੀ ਹੈ ਉਹ ਹਰ ਕੋਈ ਮਾਂ ਬਾਪ ਜਿਹੜਾ ਇਹੋ ਕੋਸ਼ਿਸ਼ ਕਰਦਾ ਹੈ ਕਿ ਉਹਦੀ ਔਲਾਦ ਨੂੰ ਚੰਗੀਆਂ ਸਹੂਲਤਾਂ ਮਿਲਣ। ਹਰ ਕੋਈ ਇਹ ਟਰਾਈ ਕਰਦਾ, ਠੀਕ ਹੈ। ਇਸ ਕਰਕੇ ਉਹਦੀ ਕੋਈ ਕੀਮਤ ਨਹੀਂ ਆ। ਇਸੇ ਕਰਕੇ ਇਹ ਇੱਥੇ ਉਦਾਹਰਨ ਦੇ ਰਹੇ ਨੇ ਕਿ ਜਿੱਦਾਂ ਇੱਕ ਬੱਚੇ ਦੀ ਮਾਂ ਬਾਪ ਦੇ ਨਾਲ ਪ੍ਰੀਤ ਹੁੰਦੀ ਆ, ਮਾਂ ਬਾਪ ਆਪਣੇ ਬੱਚੇ ਲਈ ਬਹੁਤ ਕੁਛ ਕਰਦੇ ਆ। ਤੇ ਕਹਿੰਦੀ ਐਸੀ
ਇਸੇ ਹੀ ਤਰ੍ਹਾਂ ਕਹਿੰਦੇ ਕਿ ਪ੍ਰਣਵੇ ਨਾਮ ਲਾਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਜੀਤ। ਕਹਿੰਦਾ ਉਸੇ ਹੀ ਕਿਸਮ ਦੀ ਮੇਰੀ ਪ੍ਰੀਤ ਪਰਮਾਤਮਾ ਦੇ ਨਾਲ ਹੈ। ਮੇਰਾ ਇੰਨਾ ਸੰਬੰਧ ਆ, ਇੰਨਾ ਪ੍ਰੈਕਟੀਕਲ ਰਿਸ਼ਤਾ ਵਾ, ਕਲਪਨਿਕ ਨਹੀਂ। ਨਿੱਜਰ ਸਾਹਿਬ, ਹੁਣ ਤੁਸੀਂ ਆਪਣੇ ਮਾਂ-ਬਾਪ ਨੂੰ ਸਾਈਡ ਤੇ ਕਰੋਗੇ ਤੇ ਦੇਖੋ ਤੁਹਾਡਾ ਜੀਵਨ ਕੀ ਰਹਿ ਜਾਏਗਾ, ਬਿਲਕੁਲ ਖੋਖਲਾ ਜਿਹਾ ਹੋ ਜਾਏਗਾ ਬੱਚੇ ਦਾ। ਤੇ ਜਦੋਂ ਉਹ ਆ ਜਾਂਦੇ ਆ, ਚਾਹੇ ਉਹ ਮਾੜਾ ਚੰਗਾ ਹੀ ਘਰ ਆ, ਪਰ ਉਹ ਘਰ ਤੇ ਇੱਕ ਤਗੜੀ ਪਾਵਰਫੁਲ ਚੀਜ਼ ਹੋ ਗਈ ਨਾ ਨਿੱਜਰ ਸਾਹਿਬ। ਠੀਕ ਹੈ। ਤੇ ਕਹਿੰਦੇ ਗੋਬਿੰਦ ਬਸੇ ਹਮਾਰੇ ਜੀ। ਕਹਿੰਦੇ ਉਹ ਮੇਰਾ ਜਿਹੜਾ ਪਰਮਾਤਮਾ ਹੈ ਹੁਣ ਸਦਾ ਹੀ ਮੇਰਾ ਪਰਮਾਤਮਾ ਮੇਰੇ ਚਿੱਤ ਦੇ ਵਿੱਚ ਵਸਦਾ ਹੈ, ਔਰ ਉਹਦੇ ਮੇਰੇ ਵਿੱਚ ਕੋਈ ਭੇਦ ਨਹੀਂ ਹੈਗਾ, ਬਹੁਤ ਨੇੜਤਾ ਹੈ, ਔਰ ਮੈਂ ਉਹਨੂੰ ਮਹਿਸੂਸ ਕਰ ਲਿਆ, ਔਰ ਉਹ ਮੇਰੀ ਜੀਵਨ ਦਾ ਬਹੁਤ ਵੱਡਾ ਹੈ। ਇਹੋ ਹੀ ਚੀਜ਼ ਹੈ ਭਗਤੀ। ਭਗਤੀ ਪਰਮਾਤਮਾ ਦੇ ਤੁਹਾਨੂੰ ਬਹੁਤ ਕਰੀਬ ਲੈ ਆਵੇਗੀ, ਤੇ ਫਿਰ ਉਹ ਤੁਹਾਡੇ ਚਿੱਤ 'ਚ ਨਹੀਂ ਵਸਣਾ ਵਾ। ਔਰ ਜਦੋਂ ਵੀ ਚਿੱਤ 'ਚ ਵਸਣ ਦਾ ਮਤਲਬ ਇਹ ਨਹੀਂ ਕਿ ਪਹਿਲਾਂ ਨਹੀਂ ਵਸਣ ਦਿਆ ਸੀ, ਵਸਣ ਤੇ ਦਿਆ ਸੀ, ਪਰ ਉਹ ਬਦਾਮ ਦੀ ਗਿਰੀ ਵਾਂਗੂ ਅੰਦਰ ਸੀ, ਛਿਲਕੇ ਦੇ ਅੰਦਰ। ਔਰ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਜੋ, ਫਿਰ ਤੇ ਵਸ ਹੀ ਜਾਣਾ ਉਹਨੇ। ਫਿਰ ਅੰਦਰੋਂ ਤੁਹਾਡੇ ਸੱਚਾਈ ਆਉਣੀ ਹੈ। ਜੋ ਵੀ ਤੁਸੀਂ ਕਰੋਗੇ ਸੱਚਾ ਹੀ ਹੋਊਗਾ, ਕਿਉਂਕਿ ਅੰਦਰ ਸੱਚ ਆ। ਜੇ ਤੁਸੀਂ ਅੰਦਰੋਂ ਸੱਚ ਨਹੀਂ, ਜੋ ਅੰਦਰੋਂ ਤੁਸੀਂ ਝੂਠੇ, ਜੋ ਤੁਸੀਂ ਜੋ ਵੀ ਕਰੋਗੇ ਉਹ ਝੂਠਾ ਹੀ ਹੋਣਾ। ਨਜਰ ਸਾਹਿਬ, ਬਿਲਕੁਲ ਠੀਕ ਹੈ ਜੀ। ਇਹ ਚੀਜ਼ ਬਿਲਕੁਲ ਸੱਚ ਹੈ। ਇਸ ਕਰਕੇ ਕਹਿੰਦੇ ਆ ਕਿ ਮਨ ਮੈਲੇ ਤੇ ਸਭ ਕੁਛ ਮੈਲਾ। ਕਹਿਣ ਤੋਂ ਭਾਵ ਕਿ ਜੇ ਤੇਰਾ ਅੰਤਰਾਕਰਨ ਮੈਲਾ ਹੈ ਨਾ, ਬਾਹਰ ਤੋਂ ਭਾਵੇਂ ਜੋ ਮਰਜ਼ੀ ਕਰ ਰਿਹਾ ਨਾ, ਉਹ ਮੈਲਾ ਹੋ ਜਾਣਾ, ਕਿਉਂਕਿ ਤੇਰੇ ਅੰਦਰ ਮੈਲ ਹੈਗੀ। ਤੇ ਹੁਣ ਜਦੋਂ ਹੁਣ ਤੁਸੀਂ ਆਪ ਦੇਖੋ, ਤੁਹਾਡੇ ਘਰ ਕੋਈ ਭੈਣ ਭਰਾ ਨੇ, ਬੱਚੇ ਨੇ, ਤੁਹਾਡੀ ਪਤਨੀ ਆ, ਵਾਈਫ ਆ, ਜੇ ਤੁਸੀਂ ਉਹਨਾਂ ਨੂੰ ਅੰਦਰੋਂ ਨਫ਼ਰਤ ਕਰਦੇ ਜੋ, ਤੇ ਬੇਸ਼ੱਕ ਉਹਨਾਂ ਨੂੰ ਰੋਟੀ ਵੀ ਖਵਾਉਂਦੇ ਜੋ, ਤੇ ਉਹ ਕਾਹਦੀ ਰੋਟੀ ਖਵਾਉਣੀ ਨਿੱਜਰ ਸਾਹਿਬ? ਉਹ ਕੋਈ ਵਧੀਆ ਚੀਜ਼ ਥੋੜੀ ਹੈਗੀ ਹੈ। ਬਿਲਕੁਲ। ਭਾਵੇਂ ਤੁਸੀਂ ਉਹਨੂੰ ਬਦਾਮ ਖਵਾ ਦੋ, ਭਾਵੇਂ ਤੁਸੀਂ ਉਹਨੂੰ ਵਧੀਆ ਮੱਖਣ ਲਾ ਕੇ ਪਰੌਂਠੇ ਬਣਾ ਖਵਾਉਂਦੇ ਜੋ, ਅੰਦਰੋਂ ਤੇ ਕਿਲੋ ਗਾਲਾਂ ਕੱਢ ਰਹੇ ਜੋ, ਤੇ ਉਹ ਕਿੱਦਾਂ ਦੀ ਪ੍ਰੀਤ ਹੋਈ? ਉਹ ਕੋਈ ਗਹਿਰਾ ਗੱਲ ਥੋੜੀ ਹੋ ਗਈ। ਹਾਂ, ਲੋਕਾਚਾਰੀ ਲਈ ਤੁਸੀਂ ਕਰ ਰਹੇ ਜੋ, ਮਜਬੂਰੀ ਹੈਗੀ, ਕਿਉਂਕਿ ਹੁਣ ਆਪਸ਼ਨ ਨਹੀਂ ਹੈਗਾ ਤੁਹਾਡੇ ਕੋਲ। ਇਸੇ ਹੀ ਤਰ੍ਹਾਂ ਉਹ ਕਹਿੰਦੇ ਕਿ ਪ੍ਰਣਵੇ ਨਾਮੇ ਲਾਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਚਿੱਤ। ਕਿ ਇਹ ਏਦਾਂ ਦੀ ਮੇਰੀ ਪ੍ਰੀਤ ਹੋ ਗਈ ਆ, ਮੇਰੀ ਪ੍ਰੀਤ ਇੰਨੀ ਪ੍ਰਮਾਤਮਾ ਨਾਲ ਪੱਕੀ ਹੋ ਗਈ ਕਿ ਹੁਣ ਪ੍ਰਮਾਤਮਾ ਦੀ ਜਿਹੜੀ ਯਾਦ ਹੈ ਮੇਰੇ ਚਿੱਤ 'ਚ ਰਹਿੰਦੀ ਹੈ, ਕਿਉਂਕਿ ਉਹ ਤੋਂ ਮੇਰੀ ਹੋਂਦ ਉਸ ਤੋਂ ਅਲੱਗ ਨਹੀਂ ਆ, ਮੇਰੇ ਅੰਦਰ ਆ ਗਿਆ, ਉਹ ਅੰਦਰ ਪ੍ਰਗਟ ਹੋ ਗਿਆ। ਔਰ ਇਸੇ ਲਈ ਪਰਮਾਤਮਾ ਨੂੰ ਜੇਕਰ ਤੁਸੀਂ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਜੋ, ਤੇ ਇਹ ਕਦੇ ਹੋਣਾ ਨਹੀਂ ਆ, ਕਿਉਂਕਿ ਪ੍ਰੈਕਟੀਕਲ ਪੋਸੀਬਲ ਨਹੀਂ ਆ। ਪਰਮਾਤਮਾ ਨੂੰ ਅਨੁਭਵ ਕਰਨ ਦਾ ਇੱਕੋ ਹੀ ਤਰੀਕਾ ਹੈ, ਜਿਹੜਾ ਸਾਡਾ ਲਾਸਟ ਹੋਂਦ ਹੈ, ਜਿੱਥੇ ਮੈਂ ਬੈਠਾ ਵਾਂ, ਔਰ ਮੈਂ ਦੇ ਅੰਦਰ ਜਦੋਂ ਮੈਂ ਚੱਲ ਜਾਂਦਾ, ਤੇ ਫਿਰ ਹੀ ਪਰਮਾਤਮਾ ਦੀ ਹੋਂਦ ਦਾ ਪਤਾ ਲੱਗਦਾ ਹੈ, ਔਰ ਫਿਰ ਆਪਣੇ ਆਪ ਦਾ ਵੀ ਪਤਾ ਲੱਗਦਾ ਹੈ ਕਿ ਮੈਂ ਕੀ ਹੈ, ਉਹ ਸਤਾ ਕੀ ਹੈ, ਮੇਰੀ ਹੋਂਦ ਕੀ ਹੈ, ਔਰ ਪਰਮਾਤਮਾ ਤੇ ਮੇਰੇ ਕੀ ਹੈ। ਠੀਕ ਹੈ ਨਿਜਰ ਸਾਹਿਬ? ਹਾਂਜੀ, ਬਹੁਤ ਵਧੀਆ ਜੀ। ਅੱਜ ਇੱਥੇ ਕਰ ਦਿੰਦੇ ਹਾਂ, ਟਾਈਮ ਹੋ ਗਿਆ ਗੋਰਖ ਸਾਹਿਬ। ਹਾਂਜੀ, ਬਿਲਕੁਲ ਠੀਕ ਹੈ ਜੀ। ਹਾਂਜੀ, ਤੋ ਇਹ ਗੱਲਾਂ ਬਾਤਾਂ ਹੈਗੀਆਂ ਨੇ, ਤੇ ਕੋਸ਼ਿਸ਼ ਕਰੋ ਚੰਗੀਆਂ ਚੀਜ਼ਾਂ ਮਿਲਣ, ਉਹਨੂੰ ਚੁੱਕ ਲਓ। ਜੇ ਕੁਝ ਚੀਜ਼ ਨਹੀਂ ਪਸੰਦ, ਉਹਨੂੰ ਛੱਡ ਦਿਓ, ਉਹਨੂੰ ਟਾਈਮ ਦੇ ਦਿਓ। ਤੇ ਇੱਕ ਨਾ ਗੋਰਖ ਸਾਹਿਬ ਅਰਦਾਸ ਕਰਨੀ ਸੀ ਕਿ ਇੱਕ ਬੀਬੀ ਦੀ ਅਰਦਾਸ ਕਰ ਦਿਓ, ਜਿਹੜਾ ਹੈ ਨਾ, ਉਹਨੂੰ ਜਿਹੜਾ ਹੈਗਾ ਨਾਮ ਧਿਆਨ ਸਿਮਰਨ ਜਿਹੜਾ ਹੈਗਾ, ਪਰਮਾਤਮਾ ਦੇ ਨਾਲ ਪਿਆਰ ਜਿਹੜਾ ਹੈਗਾ ਪਏ ਉਹਦੇ ਨਾਲ, ਤੇ ਬਾਹਰ ਜਿਹੜਾ ਹੈਗਾ ਉਹ ਵਿਚਾਰਾਂ ਦੇ ਨਾਲ, ਵਿਚਾਰਾਂ ਤੋਂ ਨਿਕਲੇ ਬਾਹਰ। ਬਸ ਇੰਨੀ ਕੁ ਅਰਦਾਸ ਕਰ ਦਿਓ। ਠੀਕ ਹੈ ਜੀ, ਕੋਈ ਗੱਲ ਨਹੀਂ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਮਾਲਿਕ ਇੱਕ ਅਰਦਾਸ ਆਈ ਹੈ। ਇੱਕ ਮਾਤਾ ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਧਿਆਨ ਉਹ ਪ੍ਰਮਾਤਮਾ ਦੇ ਚਰਨਾਂ ਵੱਲ ਹੋਵੇ, ਤਾਂ ਜੋ ਇਹ ਆਪਣਾ ਇਹ ਜੀਵਨ ਸਫਲ ਕਰ ਲੈਣ। ਮੇਰੇ ਮਾਲਿਕ ਆਪ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੋ, ਉਹਨਾਂ ਦੇ ਅੰਦਰ ਉਹ ਪ੍ਰੇਮਾ ਭਗਤੀ ਪ੍ਰਗਟ ਕਰੋ। ਮੇਰੇ ਮਾਲਿਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ